आप लिहो तुम कथा सुधारी। दोहरा हुतो तपा हर बंस एक सेव करह धर्मसाल। भगत जो सिख तिसके चरण धोए तपत जल नाल। वाहिगुरु जी का खालसा वाहिगुरु जी की फतेह। गुरु की साजी नवाजी साध संगत जी, संध्या ਦੇ ਦੀਵਾਨ ਗੁਰੂ ਕੇ ਚਰਨਾਂ 'ਚ ਸਜੇ ਨੇ। ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਸੋਦਾ ਰਹਿਰਾਸ ਸਾਹਿਬ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹੈ। ਜੋ ਵੀਕਐਂਡ ਦੇ ਸੰਧਿਆ ਦਾ ਦੀਵਾਨ ਵਿਸ਼ੇਸ਼ ਕਰਕੇ ਸੰਗਤਾਂ ਅੱਜ ਹਾਜ਼ਰੀਆਂ ਭਰ ਰਹੀਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੁਰਕੀ ਅਕਾਲੀ ਬਾਣੀ ਦਾ ਜੋ ਹਰਿਮੰਦਰ ਸਾਹਿਬ 'ਚ ਪਹਿਲਾ ਪ੍ਰਕਾਸ਼ ਹੋਇਆ, ਉਹਦੇ ਸੰਬੰਧ 'ਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਏ ਨੇ। ਅਤੇ ਕੱਲ੍ਹ ਦੇ ਦੀਵਾਨਾਂ ਵਿੱਚ ਇਸੇ ਵਿਸ਼ੇ 'ਤੇ ਵਿਚਾਰਾਂ ਹੋਣੀਆਂ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਵੇਂ ਤਿਆਰ ਹੋਇਆ, ਕਿਵੇਂ ਇਹਦਾ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਹੋਇਆ। ਪਿਛਲੇ 2-3 ਮਹੀਨੇ ਪਹਿਲਾਂ ਇਹ ਕਥਾ ਆਪਾਂ ਸਾਰਿਆਂ ਨੇ ਬੜੇ ਵਿਸਥਾਰ ਨਾਲ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥਾਂ ਵਿੱਚੋਂ ਸਰਵਣ ਕੀਤੀ ਸੀ। ਤਾਂ ਉਹ ਦਿਹਾੜਾ ਅੱਜ ਸੰਗਤਾਂ ਮਨਾ ਰਹੀਆਂ ਨੇ। ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ, ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ, ਉੱਥੇ ਅੱਜ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਨੂੰ ਸੰਗਤਾਂ ਯਾਦ ਕਰ ਰਹੀਆਂ ਨੇ, ਜਿਨ੍ਹਾਂ ਨੇ ਸਾਧ ਸੰਗਤ ਜੀ ਉਸ ਜ਼ਾਲਮ ਬੇਅੰਤ ਨੂੰ, ਜਿਸ ਨੇ ਪੰਜਾਬ ਦੇ ਹਜ਼ਾਰਾਂ ਨਹੀਂ ਲੱਖਾਂ ਬੱਚੇ, ਬੇਗੁਨਾਹ ਬੱਚੇ ਸ਼ਹੀਦ ਕਰਵਾਏ, ਬੇਗੁਨਾਹਾਂ ਦੀ ਜਾਨ ਲਈ, ਝੂਠੇ ਮੁਕੱਦਮੇ, ਝੂਠੇ ਪੁਲਿਸ ਮੁਕਾਬਲੇ ਬਣਾਏ, ਉਸ ਨੂੰ ਸੋਧਾ ਲਾਇਆ ਸੀ। ਅੱਜ ਵਾਲੇ ਦਿਨ ਉਹਦੀ ਯਾਦ, ਸ਼ਹੀਦ ਦੀ ਯਾਦ ਸਾਰਾ ਪੰਥ ਮਨਾ ਰਿਹਾ ਭਾਈ ਦਿਲਾਵਰ ਸਿੰਘ ਜੀ ਦੀ। ਕੱਲ੍ਹ ਨੂੰ ਵੀ ਇਸ ਵਿਸ਼ੇ 'ਤੇ ਵਿਚਾਰਾਂ ਹੋਣੀਆਂ ਨੇ। ਸੋ ਅੱਜ ਜੋ ਲੜੀਵਾਰ ਕਥਾ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸਿੱਖਾਂ ਦੀ ਚੱਲ ਰਹੀ ਹੈ, ਉਹ ਆਪਾਂ ਸਰਵਣ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਮਹਾਰਾਜ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਦੇ ਚਰਨਾਂ ਜਿਹੜੇ ਜਿਹੜੇ ਗੁਰਸਿੱਖ ਰਹਿੰਦੇ ਆ, ਜਿਨ੍ਹਾਂ ਨੇ ਜਪ ਤਪ ਸੇਵਾ ਸਿਮਰਨ ਦੀ ਘਾਲਣਾ ਘਾਲੀ ਹੈ, ਉਹਨਾਂ ਪਿਆਰਿਆਂ ਗੁਰਸਿੱਖਾਂ ਦੀ ਕਥਾ ਸਰਵਣ ਕਰੋ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੁਤੋ ਤਪਾ ਹਰ ਬੰਸ ਇੱਕ ਸੇਵ ਕਰਹਿ ਧਰਮਸਾਲ। ਗੁਰੂ ਸਾਹਿਬ ਦੇ ਸਿੱਖ ਇੱਕ ਭਾਈ ਹਰਬੰਸ ਜੀ ਹੋਏ ਨੇ, ਉਹਨਾਂ ਨੂੰ ਤਪਾ ਕਹਿੰਦੇ ਨੇ। ਤਪਾ ਇਸ ਕਰਕੇ ਕਹਿੰਦੇ ਸੇਵਾ ਰੂਪੀ ਤਪ ਕਰਦੇ ਸਨ। ਗੁਰੂ ਘਰ 'ਚ ਤਪ ਕਿਹੜਾ ਹੈ? ਗੁਰ ਸੇਵਾ ਤਪਾਂ ਸਿਰ ਤਪਸਾ। ਗੁਰੂ ਘਰ ਦੇ ਵਿੱਚ ਸੇਵਾ ਹੀ ਵੱਡੀ ਤਪੱਸਿਆ ਹੈ। ਜਿਹੜਾ ਸੇਵਾ ਕਰ ਲਵੇ ਮਨ ਨੀਵਾਂ ਕਰਕੇ, ਗੁਰੂ ਸਾਹਿਬ ਉਹਦੀ ਤਪੱਸਿਆ ਨੂੰ ਪ੍ਰਵਾਨ ਕਰਦੇ ਨੇ। ਸੇਵਾ ਰੂਪੀ ਤਪ ਭਾਈ ਹਰਬੰਸ ਜੀ ਕਰਿਆ ਕਰਦੇ ਸੀ। ਗੁਰਦੁਆਰੇ ਵਿੱਚ ਜਿੱਥੇ ਵੀ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਧਰਮਸ਼ਾਲਾ ਦੇ ਵਿੱਚ ਕੀਰਤਨ ਹੁੰਦਾ, ਉੱਥੇ ਭਾਈ ਸਾਹਿਬ ਹਰਬੰਸ ਜੀ ਸੰਗਤਾਂ ਨੂੰ ਜਲ ਛਕਾਉਂਦੇ, ਸੰਗਤਾਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ, ਜੂਠੇ ਭਾਂਡੇ ਮਾਂਜਦੇ, ਲੰਗਰ ਵਰਤਾਉਂਦੇ, ਪੱਖਾ ਝੱਲਦੇ। ਕੋਈ ਵੀ ਸੇਵਾ ਹੁੰਦੀ ਭੱਜ ਭੱਜ ਕੇ ਸੇਵਾ ਕਰਦੇ, ਕਿਉਂਕਿ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਇਹ ਹੱਥ ਪੈਰ ਸੇਵਾ ਤੋਂ ਬਿਨਾਂ ਤ੍ਰਿਗ ਹਨ, ਕਿਸੇ ਕੰਮ ਦੇ ਨਹੀਂ। ਜੇ ਆਪਣੇ ਹੱਥਾਂ ਨੂੰ, ਆਪਣੇ ਸਰੀਰ ਨੂੰ ਸੋਹਣਾ ਪਵਿੱਤਰ ਕਰਨਾ ਚਾਹੁੰਦੇ ਹੋ ਤਾਂ ਹੱਥਾਂ ਨਾਲ ਭਾਈ ਸੇਵਾ ਕਰਿਆ ਕਰੋ। ਜਿਹੜੀ ਵੀ ਸੇਵਾ ਗੁਰੂ ਘਰ 'ਚ ਮਿਲ ਜਾਵੇ, ਕਿਤੇ ਵੀ ਕਿਸੇ ਦੀ ਸੇਵਾ ਹੋਵੇ, ਕਿਸੇ ਬਜ਼ੁਰਗ ਦੀ, ਕਿਸੇ ਬਿਮਾਰ ਦੀ, ਕਿਸੇ ਰੋਗੀ ਦੀ, ਜਿਸ ਤਰ੍ਹਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ ਨਾ, ਸੇਵਾ ਕਰੋ। ਸੇਵਾ ਬਹੁਤ ਵੱਡੀ ਚੀਜ਼ ਹੈ। ਮਹਾਰਾਜ ਨੇ ਬਾਣੀ 'ਚ ਸੇਵਾ ਦੀ ਇੰਨੀ ਮਹਿਮਾ ਲਿਖੀ ਹੈ ਵੀ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ,
ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸੇਵਾ ਦੇ ਨਾਲ ਪਰਮਾਤਮਾ ਮਿਲਦਾ ਹੈ, ਸੇਵਾ ਨਾਲ ਹੀ ਸਿਮਰਨ ਹੁੰਦਾ ਹੈ। ਜੇ ਸੇਵਾ ਨਹੀਂ ਕੀਤੀ ਸਿਮਰਨ ਵੀ ਨਹੀਂ ਹੋ ਸਕਦਾ। ਸੇਵਾ ਕਰੋ ਤੇ ਸਿਮਰਨ ਆਪੇ ਚੱਲੇਗਾ। ਸੇਵਾ ਕਰਦਿਆਂ ਵਾਹਿਗੁਰੂ 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 ਦੀ ਦਾਤ ਮਿਲੇਗੀ। ਸੇਵਾ ਕਰਦੀ ਭਾਈ ਸਾਹਿਬ ਭਾਈ ਹਰਬੰਸ ਜੀ ਗੁਰੂ ਕੇ ਸਿੱਖ, ਸੇਵਾ ਕਰਦਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ। ਕਿਹੜੀ ਕਿਹੜੀ ਸੇਵਾ ਕਰਦੇ ਹਨ? ਥਕਤ ਜੋ ਸਿੱਖ ਤਿਸ ਕੇ ਚਰਨ, ਧੋਏ ਤਪਤ ਜਲ ਨਾਲ। ਸੰਗਤਾਂ ਚੱਲ ਕੇ ਆਉਂਦੀਆਂ ਪੈਦਲ। ਉਹਨਾਂ ਦਿਨਾਂ 'ਚ ਗੱਡੀਆਂ ਕਾਰਾਂ ਥੋੜ੍ਹਾ ਸੀ, ਵੱਧ ਤੋਂ ਵੱਧ ਕਿਸੇ ਦੀ ਸਵਾਰੀ ਗੱਡਾ ਰੇੜਾ। ਪਰ ਗੱਡਾ ਰੇੜਾ ਵੀ ਗਰੀਬ ਆਦਮੀ ਕੋਲ ਨਹੀਂ ਸੀ ਹੁੰਦਾ, ਕੋਈ ਚੰਗੇ ਤਗੜੇ ਬੰਦੇ ਕੋਲ ਹੁੰਦਾ ਸੀ। ਆਮ ਲੋਕ ਪੈਦਲ ਜਾਂਦੇ ਸੀ ਯਾਤਰਾ ਕਰਨਾ ਮਹਾਰਾਜ ਦੇ ਚਰਨਾਂ 'ਚ। ਪੈਦਲ ਯਾਤਰਾ ਵਾਲੇ ਸਿੱਖ ਚੱਲ ਕੇ ਆਉਂਦੇ ਨੇ, ਥੱਕੇ ਹੁੰਦੇ ਨੇ। ਭਾਈ ਸਾਹਿਬ ਭਾਈ ਹਰਬੰਸ ਜੀ ਉਹਨਾਂ ਵਾਸਤੇ ਗਰਮ ਜਲ ਬਣਾ ਕੇ ਵੱਡੀ ਸਾਰੀ ਦੇਗ ਗਰਮ ਪਾਣੀ ਕਰਕੇ ਰੱਖਦੇ। ਜਦੋਂ ਉਹ ਸੰਗਤ ਆ ਜਾਂਦੀ ਤੇ ਭਾਈ ਹਰਬੰਸ ਉਹਨਾਂ ਦੇ ਚਰਨ ਧੋਂਦਾ ਗਰਮ ਪਾਣੀ ਨਾਲ, ਵਿੱਚ ਤੇਲ ਪਾ ਕੇ ਸਰੋਂ ਦਾ ਮਾਲਿਸ਼ ਕਰਦਾ, ਮੁੱਠੀ ਚਾਪੀ ਕਰਦਾ ਥੱਕੇ ਹੋਏ ਸਿੱਖਾਂ ਨੂੰ, ਤਾਂ ਕਿ ਥਕਾਵਟ ਦੂਰ ਹੋ ਜਾਵੇ। ਹਾਂਜੀ। ਚੌਪਈ ਦੇਖ ਛੁਦਤ ਭੋਜਨ ਅਚਵਾਵੈ। ਜਿਹਨੂੰ ਭੁੱਖ ਲੱਗੀ ਹੋਵੇ ਉਹਨੂੰ ਭਾਈ ਹਰਬੰਸ ਪ੍ਰਸ਼ਾਦਾ ਛਕਾਉਂਦਾ ਹੈ। ਨਿਸਾ ਸੁਪਤ ਕੇ ਭਾਏ ਦਬਾਵੈ। ਜਦੋਂ ਸੰਗਤਾਂ ਰਾਤ ਨੂੰ ਸੌਂ ਜਾਂਦੀਆਂ ਤੇ ਉਹਨਾਂ ਦੇ ਮੁੱਠੀ ਚਾਪੀ ਕਰ, ਲੱਤਾਂ ਦਬਾਉਂਦਾ, ਪੈਰ ਦਬਾਉਂਦਾ ਗੁਰਸਿੱਖਾਂ ਦੇ। ਹਾਂਜੀ। ਸੀਤ ਕਾਲ ਭੂਰੇ ਤਬ ਦੇਤ। ਜਦੋਂ ਠੰਡ ਹੁੰਦੀ ਹੈ, ਸੀਤ ਕਾਲ ਸਰਦੀ ਦੇ ਮੌਸਮ 'ਚ ਭੂਰੇ ਕੰਬਲ ਖੇਸ ਜੋ ਵੀ ਉਹਦੇ ਕੋਲ ਹੋਵੇ ਉਹ ਇਸ਼ਨਾਨ ਕਰ ਸਿੱਖਾਂ ਨੂੰ ਦਿੰਦਾ, ਤਾਂ ਕਿ ਉਹ ਸਿੱਖ ਜਿਹੜੇ ਆਪਣੇ ਸਰੀਰ ਨੂੰ ਸਰਦੀ ਤੋਂ ਬਚਾ ਸਕਣ। ਧਰਮਸਾਲ ਲੇਪਨ ਕਰ ਲੇਤ। ਤੇ ਧਰਮਸਾਲ ਦੇ ਵਿੱਚ ਲੇਪਾ, ਪੁਰਾਣੇ ਜ਼ਮਾਨੇ 'ਚ ਫਰਸ਼ ਕੱਚੇ ਹੁੰਦੇ ਸੀ, ਥੱਲੇ ਪੋਚਾ ਮਾਰਨਾ ਪੈਂਦਾ ਸੀ। ਕਿਤੇ ਮਿੱਟੀ ਦਾ ਕਿਤੇ ਗੋਹੇ ਦਾ ਲੋਕ ਪੋਚਾ ਮਾਰਿਆ ਕਰਦੇ ਸੀਗੇ ਪਿੰਡਾਂ ਵਿੱਚ, ਘਰਾਂ 'ਚ। ਆਪਾਂ ਹੁਣ ਤੋਂ ਹੀ ਦੇਖਦੇ ਆਏ ਹਾਂ ਇੰਡੀਆ 'ਚ, ਆਮ ਪਿੰਡਾਂ ਦੇ ਵਿਹੜੇ ਕੱਚੇ ਹੁੰਦੇ ਸੀਗੇ, ਗੋਹੇ ਦਾ ਲੇਪਾ ਮਾਰ ਲੈਂਦੇ ਸੀ ਜਾਂ ਫਿਰ ਮਿੱਟੀ ਦਾ ਪੋਚਾ ਮਾਰ ਲੈਂਦੇ ਸੀ। ਤੋ ਧਰਮਸ਼ਾਲਾ ਦੇ ਵਿੱਚ ਲਿਪਾਈ ਕਰਦਾ, ਹੱਥਾਂ ਦੇ ਨਾਲ ਪੋਚਾ ਮਾਰਦਾ ਹੈ। ਜਾਗ ਹੈ ਪ੍ਰਥਮ ਜੋ ਪਾਛਲ ਰਾਤੀ। ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਦਾ ਹੈ। ਪਿਛਲੀ ਰਾਤ ਜਿਹਨੂੰ ਕਹਿੰਦੇ ਆ ਵੀ 2:30 3 ਵਜੇ 1 ਵਜੇ 2 ਵਜੇ ਉੱਠ ਕੇ ਇਸ਼ਨਾਨ ਕਰ ਲੈਂਦਾ ਹੈ। ਹਾਂਜੀ। ਜਲ ਕਰ ਤਪਤ ਨੁਲਾਏ ਪ੍ਰਭਾਤੀ। ਸਿੱਖਾਂ ਤੋਂ ਪਹਿਲਾਂ ਉੱਠ ਕੇ ਪਾਣੀ ਗਰਮ ਕਰ ਲੈਂਦਾ ਹੈ। ਜਦੋਂ ਸਿੱਖ ਉੱਠਦੇ ਨੇ ਉਹਨਾਂ ਨੂੰ ਇਸ਼ਨਾਨ ਗਰਮ ਪਾਣੀ ਨਾਲ ਕਰਾਉਂਦਾ। ਸਿਆਲ ਦੇ ਦਿਨ ਹਨ, ਠੰਡਾ ਪਾਣੀ ਕੋਈ ਗੁਰਸਿੱਖ ਕਿਸੇ ਨੂੰ ਕੋਈ ਸਰੀਰ ਨੂੰ ਨਹੀਂ ਸੁਖਾਉਂਦਾ, ਉਹਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਾਉਂਦਾ ਹੈ। ਅਡਤ ਰਹਿ ਪੁਨ ਸਤਿਗੁਰ ਬਾਣੀ। ਫਿਰ ਗੁਰੂ ਦੀ ਬਾਣੀ ਪੜ੍ਹਦਾ ਰਹਿੰਦਾ। ਭਾਈ ਹਰਬੰਸ ਤਪਾ ਨਾਲ ਨਾਲ ਸੇਵਾ ਕਰੀ ਜਾਂਦਾ, ਨਾਲ ਨਾਲ ਗੁਰਬਾਣੀ ਪੜ੍ਹਦਾ ਰਹਿੰਦਾ। ਹਾਂਜੀ। ਇਮ ਸੇਵਾ ਕੋ ਠਾਨ ਮਹਾਨੀ। ਇਸ ਤਰ੍ਹਾਂ ਮਹਾਨ ਸੇਵਾ ਭਾਈ ਹਰਬੰਸ ਕਰਦਾ ਹੈ। ਭਾਈ ਹਰਬੰਸ ਸੇਵਾ ਤੇ ਸਿਮਰਨ ਦਾ ਮੁਜੱਸਮਾ। ਸੇਵਾ ਵੀ ਉਹਦੇ ਹੱਥਾਂ 'ਤੇ ਮਹਾਰਾਜ ਨੇ ਬਹੁਤ ਦਿੱਤੀ ਹੈ, ਤੇ ਸਿਮਰਨ ਵੀ ਉਹਨੂੰ ਬੜਾ ਦਿੱਤਾ। ਹਾਂਜੀ। ਕਵ ਗੁਰਦਾਸ ਕੀਨ ਜੋ ਬਾਨੀ। ਸਾਧ ਸੰਗਤ ਜੀ, ਜੋ ਭਾਈ ਗੁਰਦਾਸ ਜੀ ਨੇ ਬਾਣੀ ਰਚੀ ਹੈ, ਜੋ 40 ਵਾਰਾਂ ਭਾਈ ਗੁਰਦਾਸ ਜੀ ਦੀਆਂ ਤੇ 675 ਕਵਿਤ ਸਵਈਏ ਸੰਸਕ੍ਰਿਤ ਦੇ ਸ਼ਲੋਕ, ਜਿਹੜੀ ਭਾਈ ਗੁਰਦਾਸ ਦੀ ਬਾਣੀ ਹੈ। ਇੱਕ ਦਿਨ ਪੜਤ ਹੋਤੋ ਰੁਚ ਠਾਨੀ। ਇੱਕ ਦਿਨ ਦੀ ਗੱਲ ਹੈ, ਭਾਈ ਹਰਬੰਸ ਭਾਈ ਗੁਰਦਾਸ ਦੀ ਬਾਣੀ ਪੜ੍ਹ ਰਿਹਾ ਸੀ ਪ੍ਰੇਮ ਦੇ ਨਾਲ। ਗੁਰੂ ਦੀ ਬਾਣੀ ਵੀ ਸਿੱਖ ਪੜ੍ਹਦੇ, ਭਾਈ ਗੁਰਦਾਸ ਦੀ ਵੀ ਬਾਣੀ ਬੜੇ ਕਮਾਲ ਦੀ ਹੈ। ਕਦੀ ਪੜ੍ਹੀਏ ਨਾ ਫਿਰ ਪਤਾ ਲੱਗਦਾ। ਅਸੀਂ ਤਾਂ ਸਾਧ ਸੰਗਤ ਜੀ ਹੁਣ ਗੁਰਬਾਣੀ ਨੂੰ ਸਿਰਫ ਮੱਥਾ ਹੀ ਟੇਕਦੇ ਹਾਂ, ਗੁਰਬਾਣੀ ਪੜ੍ਹਨ ਦਾ ਸ਼ੌਂਕ ਨਹੀਂ ਰਿਹਾ ਸਿੱਖਾਂ 'ਚ। ਇਹ ਨਹੀਂ ਸੋਚਦੇ ਵੀ ਅਸੀਂ ਆਪਣੇ ਜੀਵਨ 'ਚ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰ ਲਈਏ, ਗੁਰਬਾਣੀ ਪੜ੍ਹ ਲਈਏ, ਬਸ ਠੀਕ ਹੈ ਜੀ, ਪਾਠੀ ਸਿੰਘਾਂ ਨੂੰ ਭੇਟਾ ਦੇ ਦਿਆਂਗੇ, ਉਹ ਆਪੇ ਪਾਠ ਕਰ ਦੇਣਗੇ, ਅਸੀਂ ਕਿਉਂ ਪੜ੍ਹੀਏ, ਸਾਨੂੰ ਕੀ ਲੋੜ ਹੈ। ਇਹ ਆਮ ਸਿੱਖਾਂ ਵਿੱਚ ਸਾਧ ਸੰਗਤ ਦੀ ਬਿਰਤੀ ਹੈ। ਭਾਈ ਹਰਬੰਸ ਜੀ ਗੁਰਬਾਣੀ ਆਪ ਪੜ੍ਹਦੇ ਸਨ, ਬਹੁਤ ਬਾਣੀ ਪੜ੍ਹਦੇ, ਗੁਰਬਾਣੀ ਵੀ ਪੜ੍ਹਦੇ, ਭਾਈ ਗੁਰਦਾਸ ਜੀ ਦੀ ਬਾਣੀ ਵੀ ਪੜ੍ਹਦੇ ਸਨ। ਹਾਂਜੀ।
ਕਿਤਕ ਸਿੱਖ ਬੋਲੇ ਤਿਸ ਪਾਹੀ। ਜਦੋਂ ਭਾਈ ਗੁਰਦਾਸ ਦੀ ਬਾਣੀ ਭਾਈ ਹਰਬੰਸ ਪੜ੍ਹ ਰਿਹਾ ਸੀ ਤੇ ਭਾਈ ਹਰਬੰਸ ਨੂੰ ਕੁਝ ਸਿੱਖ ਕਹਿਣ ਲੱਗੇ, ਗੁਰਬਾਣੀ ਕਿਉਂ ਪੜ੍ਹਿਆ ਨਾਹੀ। ਤੂੰ ਗੁਰਬਾਣੀ ਕਿਉਂ ਨਹੀਂ ਪੜ੍ਹਦਾ? ਭਾਈ ਗੁਰਦਾਸ ਦੀ ਬਾਣੀ ਕਿਉਂ ਪੜ੍ਹਦਾ? ਕਈ ਲੋਕ ਸਾਧ ਸੰਗਤ ਜੀ ਬੜੇ ਕੱਟੜ ਹੁੰਦੇ, ਉਹ ਕਹਿੰਦੇ ਬਸ ਗੁਰੂ ਦੀ ਬਾਣੀ ਪੜ੍ਹਨੀ ਹੈ, ਹੋਰ ਨਹੀਂ ਕਿਸੇ ਦੀ ਪੜ੍ਹਨੀ। ਤੇ ਉਹ ਇਹ ਮਿਸਾਲ ਲੈ ਲੈਂਦੇ ਆ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਬਾਣੀ ਨਹੀਂ ਪੜ੍ਹਨੀ। ਪਰ ਉਹ ਗੱਲ ਸਮਝਦੇ ਨਹੀਂ। ਗੁਰੂ ਸਾਹਿਬ ਦੀ ਜਿਹੜੀ ਉਹ ਪੰਕਤੀ ਹੈ ਉਹਦਾ ਕੀ ਅਰਥ ਹੈ, ਆਪਣੇ ਖਿਆਲਾਂ ਨਾਲੋਂ ਹੋਰ ਦਾ ਹੋਰ ਅੰਦਾਜ਼ਾ ਲਾ ਲੈਂਦੇ ਆ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕਹਿੰਦੇ ਤੇ ਬੰਦੇ ਦੀ ਬਾਣੀ ਹੈ, ਗੁਰੂ ਦੀ ਬਾਣੀ ਪੜ੍ਹਨੀ ਹੈ। ਭਾਈ ਗੁਰਦਾਸ ਦੀ ਬਾਣੀ ਕਿਉਂ ਪੜ੍ਹ ਰਿਹਾ ਤੂੰ? ਇਹ ਛੱਡ, ਇਹ ਨਾ ਪੜ੍ਹ, ਗੁਰਬਾਣੀ ਪੜ੍ਹ, ਗੁਰੂ ਦੀ ਬਾਣੀ ਪੜ੍ਹ। ਹਾਂਜੀ। ਅਪਰ ਕਵਨ ਕੀ ਸਿੱਖ ਨਹਿ ਪੜੈ। ਉਹ ਕੱਟੜ ਸਿੱਖ ਸੀਗੇ, ਅੱਜ ਕੱਲ੍ਹ ਵੀ ਬੜੇ ਹਨ। ਅੱਜ ਕੱਲ੍ਹ ਤਾਂ ਸਗੋਂ ਜ਼ਿਆਦੇ ਹਨ। ਉਦੋਂ ਤਾਂ 1-2% ਹੋਣੇ, ਹੁਣ 98% ਕੱਟੜ ਹੀ ਫਿਰਦੇ। ਗੱਲ ਕੋਈ ਸਮਝ ਨਹੀਂ ਆਉਂਦੀ, ਪੱਲੇ ਕੱਖ ਨਹੀਂ, ਨਾ ਕੋਈ ਜਪ, ਨਾ ਕੋਈ ਤਪ, ਨਾ ਕੋਈ ਸੇਵਾ, ਨਾ ਕੋਈ ਸਿਮਰਨ, ਨਾ ਕੋਈ ਸਤਸੰਗ, ਨਾ ਕੋਈ ਬ੍ਰਹਮ ਵਿਦਿਆ ਦੀ ਪ੍ਰਾਪਤੀ ਕਿਤੋਂ ਹੋਈ ਹੈ। ਬਸ ਸੁਣੀਆਂ ਸੁਣਾਈਆਂ ਗੱਲਾਂ, ਇੰਟਰਨੈਟ ਬ੍ਰਹਮ ਗਿਆਨ, ਜਿੱਥੋਂ ਸੁਣ ਲਿਆ ਬਸ ਉਹੀ ਰੌਲਾ ਪਾ ਲਿਆ। ਇਹ ਜੀ ਨਹੀਂ ਜੀ, ਕੱਚੀ ਬਾਣੀ ਨਹੀਂ ਪੜ੍ਹਨੀ। ਭਾਈ ਗੁਰਦਾਸ ਦੀ ਬਾਣੀ ਨੂੰ ਵੀ ਕੱਚੀ ਕਹੀ ਜਾਂਦੇ ਆ, ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਵੀ ਕੱਚੀ ਕਹੀ ਜਾਂਦੇ ਆ, ਤੇ ਪੜ੍ਹਨੀ ਗੁਰੂ ਗ੍ਰੰਥ ਸਾਹਿਬ ਦੀ ਵੀ ਕੋਈ ਨਹੀਂ। ਜੇ ਤਾਂ ਹੁਣ ਨਾ ਵੀ ਚਲੋ ਦਸਵੇਂ ਦੀ ਬਾਣੀ ਨਹੀਂ ਪੜ੍ਹਦੇ, ਭਾਈ ਗੁਰਦਾਸ ਦੀ ਨਹੀਂ ਪੜ੍ਹਦੇ, ਗੁਰੂ ਗ੍ਰੰਥ ਸਾਹਿਬ ਦੀ ਪੜ੍ਹਦੇ, ਹੁਣ ਫੇਰ ਵੀ ਮੱਥਾ ਟੇਕੀ ਉਹਨਾਂ ਨੂੰ, ਉਹ ਵੀ ਨਹੀਂ ਪੜ੍ਹਨੀ। ਜਪਜੀ ਸਾਹਿਬ ਵੀ ਨਹੀਂ ਆਉਂਦਾ, ਤੇ ਕਿੰਤੂ ਪਰੰਤੂ ਜ਼ਰੂਰ ਆਉਂਦਾ ਵੀ ਦਸਵੇਂ ਦੀ ਬਾਣੀ ਨਹੀਂ ਪੜ੍ਹਨੀ, ਭਾਈ ਗੁਰਦਾਸ ਦੀ ਬਾਣੀ ਨਹੀਂ ਪੜ੍ਹਨੀ, ਫਲਾਣੀ ਨਹੀਂ ਪੜ੍ਹਨੀ, ਕਿੰਤੂ ਪਰੰਤੂ ਬਹੁਤ। ਉਹ ਵੀ ਇਹੋ ਜਿਹੇ ਸਨ। ਕੋਈ ਭਾਈ ਹਰਬੰਸ ਨੂੰ ਕਹਿੰਦੇ ਤੂੰ ਗੁਰਦਾਸ ਦੀ ਬਾਣੀ ਕਿਉਂ ਪੜ੍ਹਦਾ? ਗੁਰੂ ਦੀ ਬਾਣੀ ਪੜ੍ਹ। ਹਾਂਜੀ। ਸਤਿਗੁਰ ਸ਼ਬਦ ਪ੍ਰੀਤ ਤੇ ਰੜੇ। ਗੁਰਬਾਣੀ ਪ੍ਰੇਮ ਨਾਲ ਪੜ੍ਹਨੀ ਚਾਹੀਦੀ ਹੈ, ਪਰ ਭਾਈ ਗੁਰਦਾਸ ਦੀ ਬਾਣੀ ਨਹੀਂ ਕਹਿੰਦਾ ਪੜ੍ਹਨੀ ਚਾਹੀਦੀ। ਹਾਂਜੀ। ਝਗਰ ਪਰਸ ਪਰ ਗੁਰ ਢਿਗ ਆਏ। ਉਹ ਕਹਿਣ ਲੱਗਾ ਮੈਂ ਗੁਰਬਾਣੀ ਵੀ ਪੜ੍ਹਦਾ, ਗੁਰੂ ਦੀ ਬਾਣੀ ਵੀ ਪੜ੍ਹਦਾ, ਪਰ ਭਾਈ ਗੁਰਦਾਸ ਦੀ ਬਾਣੀ ਵੀ ਤਾਂ ਗੁਰੂ ਦੀ ਬਾਣੀ ਦੀ ਮਹਿਮਾ ਦੱਸ ਰਹੀ ਹੈ ਨਾ। ਭਾਈ ਗੁਰਦਾਸ ਵੀ ਤਾਂ ਦੱਸ ਰਹੇ ਨੇ ਵੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ। ਗੁਰਸਿੱਖਾਂ ਦੇ ਮਨ 'ਚ ਗੁਰੂ ਦਾ ਪਿਆਰ ਕਿਵੇਂ ਹੋਣਾ ਚਾਹੀਦਾ, ਤੇ ਭਾਈ ਗੁਰਦਾਸ ਹੀ ਦੱਸਦੇ ਨੇ। ਜਿਵੇਂ ਭਾਈ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਕਿ ਗੁਰਸਿੱਖਾਂ ਦੇ ਮਨ ਵਿੱਚ ਕਿਸ ਤਰ੍ਹਾਂ ਦੀ ਪ੍ਰੀਤ ਹੋਣੀ ਚਾਹੀਦੀ ਗੁਰੂ ਵਾਸਤੇ। ਉਹ ਕਹਿੰਦੇ ਨੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਨੇਹੋ ਕਵਲ ਜਲ ਜਾਣੀਐ ਖਿੜ ਮੂੰਹ ਵਖਾਲੇ। ਅਖੀਰ 'ਚ ਕਹਿੰਦੇ ਨੇ ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲੇ। ਜਿਵੇਂ ਸੂਰਜ ਦਾ ਤੇ ਚੱਕਵੀ ਦਾ ਪ੍ਰੇਮ ਹੈ, ਜਿਵੇਂ ਚੰਦ ਦਾ ਤੇ ਚਕੋਰ ਦਾ ਪ੍ਰੇਮ ਹੈ, ਜਿਵੇਂ ਮਾਂ ਦਾ ਤੇ ਪੁੱਤਰ ਦਾ ਪ੍ਰੇਮ ਹੈ, ਜਿਵੇਂ ਪਤਨੀ ਦਾ ਤੇ ਪਤੀ ਦਾ ਪ੍ਰੇਮ ਹੈ, ਜਿਵੇਂ ਕਮਲ ਦਾ ਤੇ ਪਾਣੀ ਦਾ ਪ੍ਰੇਮ ਹੈ, ਜਿਵੇਂ ਕਮਲ ਦਾ ਤੇ ਸੂਰਜ ਦਾ ਪ੍ਰੇਮ ਹੈ। ਕਹਿੰਦੇ ਇਵੇਂ ਹੀ ਗੁਰੂ ਦਾ, ਜਿਵੇਂ ਮੱਛੀ ਦਾ ਤੇ ਜਲ ਦਾ ਪ੍ਰੇਮ ਹੈ, ਗੁਰੂ ਦਾ ਤੇ ਸਿੱਖ ਦਾ ਇਵੇਂ ਪ੍ਰੇਮ ਹੈ। ਇੰਨੀਆਂ ਮਿਸਾਲਾਂ ਦੇ ਕੇ ਭਾਈ ਸਾਹਿਬ ਉਹ ਗੱਲ ਕਹਿੰਦੇ। ਤੇ ਭਾਈ ਗੁਰਦਾਸ ਦੀ ਬਾਣੀ ਮੈਂ ਪੜ੍ਹਦਾ। ਭਾਈ ਗੁਰਦਾਸ ਦੀ ਬਾਣੀ ਵੀ ਗੁਰੂ ਸਾਹਿਬ ਜੀ ਨੇ ਪ੍ਰਵਾਨ ਕੀਤੀ ਹੋਈ ਹੈ, ਪਰ ਉਹ ਕਹਿੰਦੇ ਨਹੀਂ ਨਹੀਂ ਇਹ ਨਹੀਂ ਅਸੀਂ ਮੰਨਣ। ਕਈ ਬੰਦੇ ਨਾ ਬਿਤੰਡਾਬਾਦ ਬੜਾ ਕਰਦੇ, ਉਹ ਆਪਣੇ ਹੀ ਬਸ ਗੱਲ ਮਨਾਣੀ, ਦੂਜੇ ਦੀ ਸੁਣਨੀ ਨਹੀਂ, ਉਹ ਝਗੜਾ ਕਰਨ ਲੱਗ ਪਏ। ਭਾਈ ਹਰਬੰਸ ਤਾਂ ਹੱਥ ਜੋੜਦਾ ਸੀ ਵੀ ਭਾਈ ਮੈਂ ਗੁਰੂ ਦੀ ਬਾਣੀ ਵੀ ਪੜ੍ਹਦਾ, ਭਾਈ ਸਾਹਿਬ ਦੀ ਵੀ ਪੜ੍ਹਦਾ, ਵੀ ਜਾਂ ਤਾਂ ਇਹ ਨਾ ਮੈਂ ਗੁਰੂ ਸਾਹਿਬ ਦੀ ਬਾਣੀ ਪੜ੍ਹਦਾ ਹੀ ਨਹੀਂ ਤੇ ਇਕੱਲੀ ਭਾਈ ਗੁਰਦਾਸ ਦੀ ਪੜ੍ਹਦਾ, ਤਾਂ ਤੁਸੀਂ ਮੈਨੂੰ ਕਹੋ ਮੈਂ ਗੁਰੂ ਸਾਹਿਬ ਦੀ ਬਾਣੀ ਵੀ ਪੜ੍ਹਦਾ ਤੇ ਭਾਈ ਗੁਰਦਾਸ ਦੀ ਵੀ ਬਾਣੀ ਪੜ੍ਹਦਾ। ਉਹ ਕਹਿੰਦੇ ਨਹੀਂ 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 ਇਹ ਪੜ੍ਹਨੀ ਨਹੀਂ। ਰੌਲਾ ਪਾ ਲਿਆ ਉਹਨਾਂ ਨੇ, ਰੌਲਾ ਪਾਉਣ ਵਾਲੇ ਸੀ, ਉਹਨਾਂ ਨੇ ਰੌਲਾ ਪਾ ਲਿਆ, ਝਗੜਾ ਕਰਨ ਲੱਗ। ਉਹ ਝਗੜਦੇ ਗੁਰੂ ਸਾਹਿਬ ਕੋਲ ਆ ਗਏ ਵੀ ਚਲੋ ਗੁਰੂ ਸਾਹਿਬ ਨੂੰ ਪੁੱਛੀਏ। ਹਾਂਜੀ। ਬਾਦ ਪ੍ਰਸੰਗ ਜੋ ਸਕਲ ਸੁਨਾਏ। ਮਹਾਰਾਜ ਕੋਲ ਆ ਕੇ ਸਾਰਾ ਪ੍ਰਸੰਗ, ਸਾਰੀ ਗੱਲ ਦੱਸੀ ਵੀ ਸਾਡਾ ਝਗੜਾ ਕੀ ਹੈ। ਭਾਈ ਹਰਬੰਸ ਬਾਣੀ ਭਾਈ ਗੁਰਦਾਸ ਦੀ ਪੜ੍ਹਦਾ, ਉਹ ਬੰਦੇ ਕਹਿੰਦੇ ਜੇ ਗੁਰੂ ਸਾਹਿਬ ਦੀ ਬਾਣੀ ਪੜ੍ਹ, ਹੋਰ ਕਿਸੇ ਦੀ ਨਹੀਂ ਪੜ੍ਹਨੀ।
ਹਾਂਜੀ। ਇਹ ਸਭ ਬਰਜਤ ਤਰਕਤ ਆਹੀ। ਤੋ ਇਸ ਤਰ੍ਹਾਂ ਝਗੜਾ ਚੱਲਿਆ ਵੀ ਉਹ ਸਿੱਖ ਕਹਿੰਦੇ ਆ ਵੀ ਭਾਈ ਗੁਰਦਾਸ ਦੀ ਬਾਣੀ ਨਹੀਂ ਪੜ੍ਹਨੀ, ਤੇ ਭਾਈ ਹਰਬੰਸ ਪੜ੍ਹ ਰਿਹਾ ਹੈ। ਤੇ ਗੁਰੂ ਸਾਹਿਬ ਨੂੰ ਦੱਸਿਆ ਵੀ ਇਹ ਮੈਨੂੰ ਵਰਜਦੇ ਹਨ। ਭਾਈ ਹਰਬੰਸ ਕਹਿੰਦਾ ਵੀ ਮੈਂ ਭਾਈ ਸਾਹਿਬ ਦੀ ਗੁਰਦਾਸ ਜੀ ਦੀ ਬਾਣੀ ਪੜ੍ਹ ਰਿਹਾ ਸੀ, ਕੋਈ ਪੌੜੀ ਮੈਨੂੰ ਚੰਗੀ ਲੱਗੀ ਤੇ ਮੈਂ ਉਹ ਜਪ ਰਿਹਾ, ਨਾਲੇ ਮੈਂ ਸੇਵਾ ਕਰੀ ਜਾ ਰਿਹਾ। ਕਿਉਂਕਿ ਭਾਈ ਗੁਰਦਾਸ ਦੀ ਬਾਣੀ 'ਚ ਵੀ ਬੜੇ ਬੜੇ ਵਧੀਆ ਪ੍ਰਸੰਗ, ਬੜੇ ਕਮਾਲ ਦੇ ਬਚਨ ਆਉਂਦੇ ਨੇ। ਜਿਵੇਂ ਭਾਈ ਸਾਹਿਬ ਕਹਿੰਦੇ, ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ। ਆਪਣੇ ਆਪ ਨੂੰ ਚੋਰ ਯਾਰ ਠੱਗ ਕਹਿ ਕੇ ਆਪਣੀ ਨਿਮਰਤਾ ਦੱਸੀ, ਮੈਂ ਅਪਰਾਧੀ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਬੇਮੁਖ ਹਾਂ, ਮੈਂ ਮਾੜਾ ਹਾਂ। ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ। ਹਉ ਮੈਨੇ ਮੈਂ, ਚੋਰ ਯਾਰ ਜੁਆਰ ਹਉ ਭਰ ਕਰ ਜੋ ਹੰਦਾ। ਮੈਂ ਚੋਰ ਵੀ ਹਾਂ, ਮੈਂ ਯਾਰ ਵੀ ਹਾਂ, ਮੈਂ ਜੁਆਰੀ ਵੀ ਹਾਂ। ਮੈਂ ਪਰਾਏ ਘਰਾਂ 'ਚ ਝਾਤੀਆਂ ਮਾਰਦਾ ਹਾਂ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ। ਮੈਂ ਨਿੰਦਕ ਹਾਂ, ਮੈਂ ਦੁਸ਼ਟ ਹਾਂ, ਮੈਂ ਹਰਾਮੀ ਹਾਂ, ਹਰਾਮ ਖੋਰ, ਮੈਂ ਹਰਾਮ ਦੀ ਕਮਾਈ ਖਾਣ ਵਾਲਾ ਹਾਂ। ਨਿੰਦਕ ਦੁਸ਼ਟ ਹਰਾਮ ਖੋਰ ਠੱਗ, ਮੈਂ ਠੱਗ ਹਾਂ, ਮੈਂ ਦੇਸ਼ ਨੂੰ ਠੱਗਦਾ ਹਾਂ। ਠੱਗ ਦੇਸ਼ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ। ਇਹ 5 ਵਿਕਾਰ ਵੀ ਮੇਰੇ ਵਿੱਚ ਹਨ। ਤੇ ਇੱਦਾਂ ਸਾਰੀਆਂ ਗੱਲਾਂ ਕਹਿ ਕੇ ਕਹਿੰਦੇ ਨੇ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਵੀ ਹੇ ਢਾਡੀ, ਹੇ ਮੇਰੇ ਮਨ, ਤੂੰ ਸਿਮਰ ਯਾਦ ਕਰ ਗੁਰੂ ਨੂੰ। ਗੁਰੂ ਇਹਨਾਂ ਸਾਰੇ ਗੁਨਾਹਾਂ ਨੂੰ ਬਖਸ਼ਣ ਵਾਲਾ, ਗੁਰੂ ਇਹਨਾਂ ਸਾਰਿਆਂ ਗੁਨਾਹਾਂ ਨੂੰ ਮਿਟਣ ਵਾਲਾ ਹੈ। ਮੇਰੇ 'ਚ ਸਾਰੇ ਐਬ ਨੇ, ਮੇਰਾ ਗੁਰੂ ਹੀ ਮੈਨੂੰ ਮਾਫ ਕਰ ਦੇਵੇ। ਇਹੋ ਜਿਹੀ ਪੌੜੀ ਅਰਦਾਸ ਰੂਪ, ਨਿਮਰਤਾ ਰੂਪ ਉਹ ਸਿੱਖ ਪੜ੍ਹ ਰਿਹਾ ਸੀ, ਭਾਈ ਹਰਬੰਸ। ਤੇ ਸ਼ੰਕਾਵਾਦੀ ਕਹਿੰਦੇ, ਤੂੰ ਭਾਈ ਗੁਰਦਾਸ ਦੀ ਬਾਣੀ ਕਿਉਂ ਪੜ੍ਹ ਰਿਹਾ, ਤੂੰ ਗੁਰੂ ਦੀ ਬਾਣੀ ਪੜ੍ਹ। ਝਗੜਾ ਕਰਨ ਲੱਗ ਪਏ। ਭਾਈ ਹਰਬੰਸ ਗੁਰੂ ਸਾਹਿਬ ਨੂੰ ਦੱਸ ਰਿਹਾ, ਮਹਾਰਾਜ ਇਹ ਮੈਨੂੰ ਬਾਣੀ ਭਾਈ ਗੁਰਦਾਸ ਜੀ ਦੀ ਪੜ੍ਹਨ ਤੋਂ ਰੋਕਦੇ ਹਨ। ਪੜਨ ਗਿਰਾ ਗੁਰਦਾਸ ਜੋ ਕਹੀ। ਜੋ ਭਾਈ ਗੁਰਦਾਸ ਜੀ ਨੇ ਬਾਣੀ ਉਚਾਰੀ ਹੈ, ਉਹ ਬਾਣੀ ਤੋਂ ਮੈਨੂੰ ਤੁਹਾਡੇ ਇਹ ਸਿੱਖ ਰੋਕਦੇ ਹਨ। ਸੁਨ ਸ੍ਰੀ ਅਰਜਨ ਬਾਖ ਉਚਾਰਾ। ਇਹ ਸੁਣ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਹਨਾਂ ਸਿੱਖਾਂ ਨੂੰ ਸਮਝਾਉਂਦੇ ਹਨ। ਹਾਂਜੀ। ਜਿਸ ਮਹਿ ਸ੍ਰੀ ਗੁਰੂ ਸੁਜਸ ਉਚਾਰਾ। ਦੇਖੋ ਬਈ, ਜਿਹੜੀ ਬਾਣੀ 'ਚ ਗੁਰੂ ਦਾ, ਪਰਮੇਸ਼ਰ ਦਾ ਜਸ ਕੀਤਾ ਜਾਵੇ, ਉਹ ਕੱਚੀ ਨਹੀਂ ਹੁੰਦੀ। ਕੱਚੀ ਬਾਣੀ ਉਹ ਹੁੰਦੀ ਹੈ ਜਿਹਦੇ 'ਚ ਗੰਦੇ ਗਾਣੇ ਗਾਏ ਜਾਣ, ਵਿਸ਼ੇ ਵਿਕਾਰਾਂ ਵਾਲੀ ਬਿਰਤੀ ਪੈਦਾ ਹੋਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇੱਦਾਂ ਦੇ ਖਿਆਲ ਜਿਹੜੀ ਬਾਣੀ ਨੂੰ ਸੁਣ ਕੇ ਪੈਦਾ ਹੁੰਦੇ, ਉਹ ਕੱਚੀ ਬਾਣੀ ਹੁੰਦੀ। ਜਿਹੜੀ ਬਾਣੀ 'ਚ ਪ੍ਰਮਾਤਮਾ ਦੀ, ਗੁਰੂ ਦੀ, ਮਹਾਂਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ, ਸੰਤਾਂ ਭਗਤਾਂ ਦੀ, ਅਕਾਲ ਪੁਰਖ ਦੀ ਸਿਫਤ ਆਉਂਦੀ ਹੈ ਨਾ, ਉਹ ਕੱਚੀ ਨਹੀਂ ਹੁੰਦੀ। ਹਾਂਜੀ। ਸਤਨਾਮ ਕੀ ਮਹਿਮਾ ਕਹੀ। ਭਾਈ ਗੁਰਦਾਸ ਦੀ ਬਾਣੀ ਵਿੱਚ ਤਾਂ ਨਾਮ ਦੀ ਮਹਿਮਾ ਹੈ। ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਵਡਿਆਈ ਦੱਸੀ ਗਈ ਹੈ। ਜਿਸ ਕੋ ਪੜ੍ਹੋ ਸੋ ਤਰਕੋ ਨਹੀਂ। ਭਾਈ ਗੁਰਦਾਸ ਦੀ ਬਾਣੀ ਸਾਨੂੰ ਪ੍ਰਵਾਨ ਹੈ, ਗੁਰੂ ਨੂੰ ਪ੍ਰਵਾਨ ਹੈ। ਇਸ ਕਰਕੇ ਇਹਨੂੰ ਪੜ੍ਹਿਆ ਕਰੋ, ਇਹਦੇ ਤੇ ਤਰਕ ਨਹੀਂ ਕਰਨੇ। ਭਾਈ ਗੁਰਦਾਸ ਦੀ ਬਾਣੀ ਤੇ ਸ਼ੰਕਾ ਨਹੀਂ ਕਰਨਾ। ਇਹ ਗੁਰੂ ਦੀ ਬਾਣੀ ਦੀ ਮੋਹਰ ਲੱਗੀ ਹੋਈ ਹੈ ਵੀ ਇਹ ਗੁਰੂ ਸਾਹਿਬ ਜੀ ਦੀ ਬਾਣੀ ਦੀ ਕੁੰਜੀ ਹੈ। ਹਾਂਜੀ। ਸਤਿਗੁਰ ਸਮਤਾ ਚਾਹੇ ਜੋ ਮੂੜ। ਜਿਹੜਾ ਬੰਦਾ ਗੁਰੂ ਦੀ ਬਰਾਬਰੀ ਕਰਨੀ ਚਾਹੇ ਵੀ ਮੈਂ ਗੁਰੂ ਦੇ ਬਰਾਬਰ ਬਾਣੀ ਉਚਾਰ ਦਿਆਂਗਾ, ਉਹ ਮੂਰਖ ਬੰਦਾ ਜੇ ਕੱਚੀ ਪੀਲੀ ਕੋਈ ਬਾਣੀ ਬਣਾਵੇ, ਉਹ ਨਹੀਂ ਪੜ੍ਹਨੀ। ਹਾਂਜੀ। ਕਿਮ ਲਖ ਸਕੈ ਜੇ ਆਸ਼ਾ ਗੂੜ। ਉਹ ਗੁਰੂ ਦੇ ਗੂੜ ਆਸ਼ੇ ਨੂੰ ਨਹੀਂ ਸਮਝ ਸਕਦਾ, ਕਿਉਂਕਿ ਇਹ ਜਿਹੜੀ ਧੁਰ ਕੀ ਬਾਣੀ ਆਈ ਹੈ ਨਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਦੀ ਬਾਣੀ ਹੋਵੇ, ਭਗਤਾਂ ਦੀ ਬਾਣੀ ਹੋਵੇ, ਭੱਟਾਂ ਦੀ ਬਾਣੀ ਹੋਵੇ, ਗੁਰੂ ਸਾਹਿਬਾਂ ਦੀ ਬਾਣੀ ਹੋਵੇ, ਦਸਮ ਪਾਤਸ਼ਾਹ ਦੀ ਬਾਣੀ ਹੋਵੇ, ਭਾਈ ਨੰਦ ਲਾਲ ਜੀ ਦੀ ਬਾਣੀ, ਇਹ ਉੱਤੋਂ ਹੀ ਆਈ ਹੈ, ਧੁਰ ਤੋਂ। ਕਿਉਂਕਿ ਹਿਰਦਾ ਸਾਫ਼, ਜਿਹੜਾ ਹਿਰਦਾ ਸਾਫ਼ ਹੈ ਨਾ, ਸਾਫ਼ ਹਿਰਦੇ 'ਚ ਹੀ ਉਹ ਬਾਣੀ ਉਤਰਦੀ ਹੈ। ਜਿਨ੍ਹਾਂ ਹਿਰਦਿਆਂ 'ਚ ਮੈਲ ਹੋਵੇ, ਈਰਖਾ ਹੋਵੇ, ਦਵੈਸ਼ ਹੋਵੇ, ਕਾਮ ਹੋਵੇ, ਕ੍ਰੋਧ ਹੋਵੇ, ਚਿੰਤਾ ਹੋਵੇ, ਕੋਈ ਡਰ ਹੋਵੇ,
ਉਹ ਬਾਣੀ ਉੱਥੇ ਨਹੀਂ ਉਤਰਦੀ। ਉੱਥੇ ਫਿਰ ਇਹੀ ਦੁਨਿਆਵੀ ਖਿਆਲ ਹੀ ਆਉਂਦੇ ਆ, ਦੁਨਿਆਵੀ ਗੱਲਾਂ ਹੀ ਕਰੇਗਾ ਬੰਦਾ। ਦੁਨਿਆਵੀ ਗੱਲਾਂ ਕਰ ਰਿਹਾ, ਦੁਨਿਆਵੀ ਬਿਰਤੀ ਹੈ, ਬਸ ਸਿੱਧੀ ਜੀ ਗੱਲ ਹੈ। ਰੱਬੀ ਰੰਗ 'ਚ ਰੰਗਿਆ ਹੋਇਆ, ਰੱਬ ਦੇ ਪਿਆਰ ਵਿੱਚ ਰੱਬੀ ਗੱਲਾਂ ਕਰ ਰਿਹਾ, ਉਹਨੂੰ ਦੁਨੀਆ ਦੀ ਪਰਵਾਹ ਹੀ ਨਹੀਂ। ਦੁਨੀਆ ਜੋ ਮਰਜ਼ੀ ਕਹੀ ਜਾਵੇ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ ਬਾਝ ਸੱਚੇ ਨਾ। ਇੱਕ ਵਾਹਿਗੁਰੂ ਦੇ ਪਿਆਰ 'ਚ ਰਹਿੰਦੇ ਹਨ। ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਰੱਬ ਦੀ ਬਾਣੀ ਹੁੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਕਹਿੰਦੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਉੱਤੋਂ ਖਸਮ ਦੇ ਵਚਨ ਆਉਂਦੇ ਨੇ, ਹਿਰਦੇ 'ਚ ਪੈਦਾ ਹੁੰਦੇ ਨੇ। ਮਹਾਰਾਜ ਕਹਿੰਦੇ ਭਾਈ ਗੁਰਦਾਸ ਦੀ ਬਾਣੀ ਵੀ ਗੁਰੂ ਨੂੰ ਪ੍ਰਵਾਨ ਹੈ, ਕਿਉਂਕਿ ਭਾਈ ਗੁਰਦਾਸ ਦਾ ਹਿਰਦਾ ਨਿਰਮਲ ਹੈ ਅਤੇ ਉਹਦੇ ਹਿਰਦੇ ਵਿੱਚੋਂ ਪਰਮੇਸ਼ਰ ਦੇ ਪਿਆਰ ਦੇ, ਗੁਰੂ ਦੇ ਪਿਆਰ ਦੇ ਚਸ਼ਮੇ ਫੁੱਟਦੇ ਹਨ, ਉਹ ਬੋਲ ਨਿਕਲਦੇ ਹਨ ਅੰਮ੍ਰਿਤਮਈ। ਅਤੇ ਇਸ ਕਰਕੇ ਭਾਈ ਗੁਰਦਾਸ ਦੀ ਬਾਣੀ 'ਤੇ ਸ਼ੰਕਾ ਨਾ ਕਰੋ ਭਾਈ। ਹਾਂਜੀ, ਸੋ ਨਹਿ ਪੜ੍ਹੋ ਕਰੋ ਤਿਸ ਤਰਕ। ਜਿਹੜੀ ਬਾਣੀ ਪਰਮਾਤਮਾ ਤੋਂ ਤੋੜਦੀ ਹੈ, ਪਰਮੇਸ਼ਰ ਦੀ ਨਿੰਦਾ ਕਰਦੀ ਹੈ, ਗੁਰੂਆਂ ਦੀ ਨਿੰਦਾ ਕਰਦੀ ਹੈ, ਸੰਗਤ ਨੂੰ ਪਰੇਸ਼ਾਨ ਕਰਦੀ ਹੈ, ਉਹ ਬਾਣੀ ਨਾ ਪੜ੍ਹੋ, ਨਾ ਸੁਣੋ, ਉਹ ਗੱਲਾਂ ਹੀ ਨਾ ਕਰੋ, ਉਹ ਗੱਲਾਂ ਨਾ ਸੁਣੋ, ਉਹਦੇ 'ਤੇ ਤਰਕ ਕਰੋ ਬਈ ਇਹ ਨਹੀਂ ਪੜ੍ਹਨੀ। ਪਰ ਜਿਹੜੀ ਪਰਮਾਤਮਾ ਨਾਲ ਜੋੜਨ ਵਾਲੀ ਹੈ, ਰੱਬੀ ਰੰਗ ਵਿੱਚ, ਉਹ ਬਾਣੀ ਪੜ੍ਹਨੀ ਹੈ। ਹਾਂਜੀ, ਜੋ ਸਿੱਖ ਪੜ੍ਹੇ ਮਤ ਫਰਕ। ਜਿਹੜਾ ਉਹ ਕੱਚੇ ਗੁਰੂਆਂ ਦੀ, ਕੱਚੇ ਪੱਲਿਆਂ ਦੀ ਬਾਣੀ ਪੜ੍ਹੇਗਾ, ਉਹਦੀ ਮੱਤ 'ਚ ਫਰਕ ਪੈ ਜਾਏਗਾ। ਕਿਉਂਕਿ ਅਸੀਂ ਜੋ ਵੀ ਪੜ੍ਹਦੇ ਹਾਂ, ਆਖੋ ਵਾਹਿਗੁਰੂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਦੇਖਦੇ ਹਾਂ, ਉਹਦਾ ਹੀ ਸਾਡੇ ਦਿਮਾਗ 'ਤੇ ਅਸਰ ਪੈਂਦਾ। ਜੋ ਅਸੀਂ ਅੱਖਾਂ ਨਾਲ ਦੇਖਦੇ ਹਾਂ, ਜੋ ਕੰਨਾਂ ਨਾਲ ਸੁਣਦੇ ਹਾਂ, ਜੋ ਪੜ੍ਹਦੇ ਹਾਂ, ਉਹੀ ਵਿਚਾਰ ਬਣਦੇ ਨੇ, ਮੱਤ 'ਚ ਫਰਕ ਪੈ ਜਾਂਦਾ। ਅੱਜ ਸਾਡੇ ਸਿੱਖਾਂ ਦੇ ਮੱਤ 'ਚ ਬੜਾ ਫਰਕ ਪੈ ਗਿਆ। ਕੁਝ ਰਸਾਲੇ, ਅਖਬਾਰਾਂ, ਮੈਗਜ਼ੀਨ ਪੜ੍ਹ ਲਏ, ਕੁਝ ਸਕੂਲਾਂ ਕਾਲਜਾਂ ਦੀ ਪੜ੍ਹਾਈ ਇਹੋ ਜਿਹੀ ਪੜ੍ਹ ਲਈ, ਕੁਝ ਇੰਟਰਨੈਟ 'ਤੇ, ਫੇਸਬੁੱਕ 'ਤੇ ਵਟਸਐਪ 'ਤੇ ਇਹ ਸੀ ਬਹੁਤ ਕੁਝ ਇਹੋ ਜਿਹਾ ਸੁਣ ਲਿਆ ਵੀ ਸਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਉਹ ਖਾਨੇ ਨਹੀਂ ਪੈਂਦੀ, ਅੰਦਰ ਧੱਸਦੀ ਨਹੀਂ, ਅੰਦਰ ਕੂੜਾ ਕਪਾੜਾ। ਮਹਾਰਾਜ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਤੁਸੀਂ ਘੜੇ 'ਚ ਦੁੱਧ ਪਾਉਣਾ, ਪਹਿਲਾਂ ਘੜਾ ਖਾਲੀ ਕਰੋਗੇ ਤਾਂ ਹੀ ਦੁੱਧ ਪਏਗਾ। ਜੇ ਤੁਸੀਂ ਘੜੇ 'ਚ ਪਹਿਲਾਂ ਦੁੱਧ ਨਾਲੋਂ ਘੜਾ ਪਹਿਲਾਂ ਕਿਸੇ ਗੰਦੀ ਚੀਜ਼ ਨਾਲ ਭਰਿਆ ਹੋਇਆ ਮੰਨ ਲਓ, ਉੱਥੇ ਦੁੱਧ ਪਾਓਗੇ ਖਰਾਬ ਹੋਵੇਗਾ, ਉਹ ਪੈਣਾ ਹੀ ਨਹੀਂ। ਪਹਿਲਾਂ ਦੂਜੀ ਚੀਜ਼ ਪਾਸੇ ਕਰ ਦਿਓ, ਉੱਥੇ ਤੁਸੀਂ ਵਧੀਆ ਚੀਜ਼ ਰੱਖ ਦਿਓ। ਸਾਡੇ ਮਾਇੰਡ ਦੇ ਅੰਦਰ ਵਿਚਾਰ ਜਿਹੜੇ ਨੇ ਉਹ ਬਹੁਤ ਤਰ੍ਹਾਂ ਦੇ ਆਏ ਹੋਏ ਨੇ, ਬਹੁਤ ਤਰ੍ਹਾਂ ਦੇ। ਗੁਰਬਾਣੀ ਕਿੱਥੇ ਆਵੇ? ਪਹਿਲਾਂ ਹੀ ਅਸੀਂ ਆਪਣਾ ਦਿਮਾਗ ਕੂੜ ਕਬਾੜ ਨਾਲ ਭਰਿਆ ਹੋਇਆ। ਜਦੋਂ ਗੁਰਬਾਣੀ ਪੜ੍ਹਦੇ ਹਾਂ ਕਹਿੰਦੇ ਇਹ ਹੋ ਨਹੀਂ ਸਕਦਾ, ਇਹ ਹੋ ਨਹੀਂ ਸਕਦਾ, ਕਿਉਂਕਿ ਪਹਿਲਾ ਜਿਹੜਾ ਥਰਮਾਮੀਟਰ ਹੈ ਉਹ ਲਾ ਦੇਣਾ ਉੱਤੇ ਕਰੋ। ਇਹ ਅਸੀਂ ਗੱਲ ਸੁਣੀ ਸੀ, ਉਹ ਪਹਿਲੀ ਗੱਲ ਜੋ ਬੱਚਾ ਸੁਣਦਾ ਨਾ ਉਹ ਪੱਕੀ ਕਰ ਲੈਂਦਾ, ਜਿਹੜੀ ਬਾਅਦ 'ਚ ਸੁਣਦਾ ਉਹ ਨਹੀਂ ਪੱਕੀ ਨਹੀਂ ਹੁੰਦੀ। ਫਿਰ ਜਿਹੜੀ ਗੱਲ ਪਹਿਲਾਂ ਸੁਣੀ ਹੁੰਦੀ ਹੈ ਉਹਦੇ ਪਹਿਲੇ ਖਿਆਲ 'ਤੇ ਜ਼ਿਆਦਾ ਦ੍ਰਿੜ ਰਹਿੰਦਾ। ਜ਼ਿਆਦਾ ਸਿਆਣਾ ਹੋਵੇ ਉਹ ਸਮਝੇ ਵੀ ਹੋ ਸਕਦਾ ਮੈਂ ਪਹਿਲਾਂ ਗਲਤ ਪੜ੍ਹਿਆ ਹੋਵਾਂ, ਹੁਣ ਠੀਕ ਹੋ ਸਕਦਾ। ਗੁਰੂ ਤਾਂ ਨਹੀਂ ਗਲਤ ਕਹਿੰਦਾ, ਗੁਰੂ ਤਾਂ ਸਹੀ ਕਹਿੰਦਾ। ਇਹ ਨਿਸ਼ਚਾ ਵਿਸ਼ਵਾਸ ਹੋਵੇ, ਪਰ ਇਹ ਹਰ ਇੱਕ ਵਿੱਚ ਨਹੀਂ ਹੁੰਦਾ। ਅਤੇ ਬਹੁਤ ਸਾਰੇ ਲੋਕ ਸਿੱਖੀ ਤੋਂ ਫਿਰ ਭਟਕ ਜਾਂਦੇ, ਇੱਧਰ ਉੱਧਰ ਚੱਕਰ 'ਚ ਪੈ ਜਾਂਦੇ, ਨਿਸ਼ਚਾ ਵਿਸ਼ਵਾਸ ਨਹੀਂ ਰਹਿੰਦਾ ਉਹਨਾਂ ਨੂੰ। ਗੁਰੂ ਸਾਹਿਬ ਕਹਿੰਦੇ ਭਾਈ ਜਿਹੜਾ ਬੰਦਾ ਮੱਤ 'ਚ ਫਰਕ ਪਾਉਂਦਾ, ਤੁਹਾਨੂੰ ਗੁਰੂ ਨਾਲੋਂ ਤੋੜਦਾ, ਉਹਦੀ ਬਾਣੀ ਨਾ ਪੜ੍ਹੋ। ਪਰ ਜਿਹੜੀ ਪਰਮਾਤਮਾ ਨਾਲ ਜੋੜਨ ਵਾਲੀ, ਗੁਰੂ ਨਾਲ ਜੋੜਨ ਵਾਲੀ ਭਾਈ ਗੁਰਦਾਸ ਦੀ ਬਾਣੀ ਹੈ, ਉਹ ਤਾਂ ਪੜ੍ਹਿਆ ਕਰੋ, ਉਹ 'ਤੇ ਸ਼ੰਕਾ ਨਹੀਂ ਕਰੀਦਾ ਹੁੰਦਾ। ਹਾਂਜੀ, ਅਪਰ ਜੇ ਗੁਰਬਾਣੀ ਅਨੁਸਾਰ। ਹੋਰ ਜੇ ਗੁਰਬਾਣੀ ਦੇ ਅਨੁਸਾਰ ਸਿਧਾਂਤ ਵਾਲੇ ਗ੍ਰੰਥ ਹਨ, ਉਹ ਗ੍ਰੰਥ ਨਹੀਂ ਛੱਡਣੇ, ਉਹ ਪੜ੍ਹਨੇ। ਅੱਜ ਕੱਲ੍ਹ ਸਾਡੇ 'ਚ ਨਾ ਇੱਕ ਬੜਾ ਪ੍ਰਚਾਰ ਕਰਦੇ, ਆਖਿਰ ਜੀ ਸਾਡਾ ਤਾਂ ਇੱਕੋ ਹੀ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦੇ ਆ, ਅਤੇ ਬਾਕੀ ਸਾਰਿਆਂ ਨੂੰ ਕਹਿੰਦੇ ਪਰੇ ਕਰ ਦਿਓ। ਇੱਥੇ ਵੀ ਸਾਡੇ ਕਈ ਸੱਜਣ ਮੇਰੇ ਕੋਲ ਕਹਿੰਦੇ ਜੀ ਵੀ ਤੁਸੀਂ ਤਾਂ ਇੱਕੋ ਗ੍ਰੰਥ ਦੀ ਕਥਾ ਕਰਿਆ ਕਰੋ, ਗੁਰੂ ਗ੍ਰੰਥ ਸਾਹਿਬ ਦੀ। ਮੈਂ ਕਿਹਾ ਜੀ ਕਰ ਦਿੰਦੇ ਹਾਂ, ਪਰ ਸਾਨੂੰ ਕੱਲ੍ਹ ਨੂੰ ਫਿਰ ਇਹ ਨਾ ਕਿਹਾ ਜੇ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਵੀ ਸੁਣਾਓ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ। ਸਾਹਿਬਜ਼ਾਦਿਆਂ ਦੀ ਸ਼ਹੀਦੀ ਆਉਣੀ ਹੈ, ਫਿਰ ਤੁਸੀਂ ਕਹਿਣਾ ਕਥਾ ਨਹੀਂ ਸੁਣਾਈ ਸਾਹਿਬਜ਼ਾਦਿਆਂ ਦੀ।
ਉਹ ਤਾਂ ਫਿਰ ਸੂਰਜ ਪ੍ਰਕਾਸ਼ 'ਚ ਹੀ ਦੇਖਣੀ ਪੈਣੀ ਹੈ। ਉਹ ਤਾਂ ਫਿਰ ਸਾਨੂੰ ਇਹਨਾਂ ਗ੍ਰੰਥਾਂ 'ਚੋਂ ਪੜ੍ਹਨੀ ਪੈਣੀ। ਕੱਲ੍ਹ ਨੂੰ ਤੁਸੀਂ ਕਹੋਗੇ ਵੀ 10 ਗੁਰੂਆਂ ਦਾ ਨਾਮ ਨਹੀਂ ਲਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ 6 ਗੁਰੂਆਂ ਦਾ ਨਾਮ ਹੈ, ਅਤੇ ਮੰਨਦੇ ਆਪਾਂ 10 ਪਾਤਸ਼ਾਹੀਆਂ। ਇਹੋ ਜਿਹੀਆਂ ਗੱਲਾਂ ਐਵੇਂ ਹੀ ਕਰ ਦਿੰਦੇ ਬਿਨਾਂ ਸੋਚੇ ਸਮਝੇ। ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਧੁਰ ਕੀ ਬਾਣੀ ਹੈ, ਪਰ ਉਹਦੇ ਆਲੇ ਦੁਆਲੇ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਸੰਤੋਖ ਸਿੰਘ ਜੀ, ਬੜਾ ਕੁਝ ਹੈ। ਸਾਡਾ ਇਤਿਹਾਸ ਹੈ, ਜਨਮ ਸਾਖੀਆਂ ਨੇ, ਉਹਨਾਂ ਮਹਾਂਪੁਰਸ਼ਾਂ ਨੇ ਇਸ ਘਰ ਨੂੰ, ਗੁਰੂ ਨਾਨਕ ਦੇ ਘਰ 'ਚ ਜਿਵੇਂ ਘਰ ਬਣ ਜਾਂਦਾ ਨਾ, ਮਕਾਨ ਮੇਨ ਸਾਡਾ ਮਕਾਨ ਹੁੰਦਾ, ਪਰ ਮਕਾਨ ਦੇ ਵਿੱਚ ਫਿਰ ਸੋਫਾ ਵੀ ਚਾਹੀਦਾ, ਡਾਈਨਿੰਗ ਟੇਬਲ ਵੀ ਚਾਹੀਦਾ, ਰਸੋਈ ਵੀ ਚਾਹੀਦੀ ਹੈ, ਭਾਂਡੇ ਵੀ ਚਾਹੀਦੇ ਨੇ। ਜੇ ਆਪਾਂ ਕਹੀਏ ਉਸ ਮਕਾਨ ਬਣ ਗਿਆ, ਹੋਰ ਨਹੀਂ ਕੋਈ ਚਾਹੀਦਾ, ਫਿਰ ਤੁਸੀਂ ਅੰਦਰ ਕਿਵੇਂ ਰਹੋਗੇ? ਉਹਦੇ ਗੁਰੂ ਗ੍ਰੰਥ ਸਾਹਿਬ ਸਮਝੋ ਸਿੱਖੀ ਦਾ ਬਹੁਤ ਵੱਡਾ ਮਹਿਲ ਹੈ, ਪਰ ਮਹਿਲ ਦੇ ਵਿੱਚ ਜਿਹੜੀਆਂ ਬਾਕੀ ਲੋੜਾਂ ਨੇ ਉਹ ਇਹਨਾਂ ਗ੍ਰੰਥਾਂ ਨਾਲ ਪੂਰੀਆਂ ਹੁੰਦੀਆਂ ਨੇ। ਭਾਈ ਗੁਰਦਾਸ ਦੀ ਬਾਣੀ ਨਾਲ, ਭਾਈ ਨੰਦ ਲਾਲ ਦੀ ਬਾਣੀ ਨਾਲ, ਭਾਈ ਸੰਤੋਖ ਸਿੰਘ ਜੀ ਦੇ ਗ੍ਰੰਥ, ਹੋਰ ਜਿਹੜੀ, ਇਹ ਸਾਰਿਆਂ ਦੀ ਆਪਣੀ ਆਪਣੀ ਵੈਲਿਊ ਹੈ, ਇਹਨਾਂ ਦੀ ਆਪਣੀ ਆਪਣੀ ਮਾਨਤਾ। ਪਰ ਵੱਡਾ ਮਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੱਡੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਰਾ ਕੁਝ, ਉਹਦੀ ਵਿਆਖਿਆ ਵੀ ਤਾਂ ਕਰਨੀ ਹੈ ਨਾ। ਟੀਕੇ ਵੀ ਚਾਹੀਦੇ ਨੇ। ਦਸਮ ਪਾਤਸ਼ਾਹ ਨੇ ਕਿਉਂ ਲਿਖਿਆ? ਦਸਮ ਦੇ ਵਿੱਚ 24 ਅਵਤਾਰਾਂ ਦੀ ਕਥਾ ਲਿਖੀ, ਯੁੱਧ ਦੇ ਪ੍ਰਸੰਗ ਲਿਖੇ। ਕਿਉਂ? ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਪੰਕਤੀ 'ਚ ਗਈਆਂ, ਉਹਦੀ ਵਿਆਖਿਆ ਵੀ ਚਾਹੀਦੀ ਸੀ ਸਾਨੂੰ। ਪੰਡਤਾਂ ਕੋਲ ਜਾਂਦੇ, ਪੰਡਤਾਂ ਨੇ ਦੱਸਣਾ ਹੀ ਨਹੀਂ ਸੀ। ਉਹਨਾਂ ਨੂੰ ਫਿਰ ਗੁਰੂ ਗੋਬਿੰਦ ਸਿੰਘ ਨੇ ਉਹਦੀ ਪੂਰੀ ਸਟੋਰੀ ਲਿਖ ਦਿੱਤੀ ਵੀ ਸਿੱਖ ਇੱਥੋਂ ਪੜ੍ਹ ਲੈਣ, ਉਹ ਪ੍ਰਸੰਗ ਵੀ ਸਮਝ ਆ ਜਾਵੇ। ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਦੀ ਆਪਣੀ ਵੈਲਿਊ ਹੈ। ਖਾਲਸਾ ਜੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਦੀ ਬਾਣੀ ਗੁਰਬਾਣੀ ਦੀ ਵਿਆਖਿਆ ਕਰਦੀ ਹੈ। ਹਾਂਜੀ। ਕੈ ਵਰਣਨ ਜਿਹ ਪ੍ਰਭ ਅਵਤਾਰ। ਜਿਨ੍ਹਾਂ ਕਥਾਵਾਂ ਵਿੱਚ ਪਰਮਾਤਮਾ ਦੇ ਅਵਤਾਰਾਂ ਦੀ ਕਥਾ ਹੈ, ਜਿਨ੍ਹਾਂ ਗ੍ਰੰਥਾਂ ਵਿੱਚ ਸਤਿਗੁਰ ਹਰ ਸੰਬੰਧਨੀ ਬਾਣੀ, ਜਿਹੜੀ ਪਰਮਾਤਮਾ ਦੇ ਔਰ ਗੁਰੂ ਦੇ ਸੰਬੰਧ ਵਿੱਚ ਉਚੀ ਬਾਣੀ, ਗੁਰੂ ਦੀ ਮਹਿਮਾ ਦੱਸਦੀ ਹੈ, ਪਰਮਾਤਮਾ ਦੀ ਮਹਿਮਾ ਦੱਸਦੀ ਹੈ। ਪੜ੍ਹੋ ਸੁਣੋ ਨਿਸ਼ਚੈ ਔਰ ਠਾਨੀ। ਉਹ ਵੀ ਪੜ੍ਹੋ ਭਾਈ, ਉਹ ਵੀ ਸੁਣੋ। ਨਿਸ਼ਚਾ, ਗੱਲ ਤਾਂ ਮਨ ਨੂੰ ਟਿਕਾਣਾ ਪਰਮਾਤਮਾ ਵਿੱਚ। ਅਸਲ ਪ੍ਰਯੋਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਇਹੀ ਪ੍ਰਯੋਜਨ ਹੈ, ਦਸਮ ਦਾ ਵੀ ਇਹੀ ਪ੍ਰਯੋਜਨ ਹੈ, ਭਾਈ ਗੁਰਦਾਸ ਦੀ ਬਾਣੀ ਦਾ ਵੀ ਇਹੀ ਪ੍ਰਯੋਜਨ ਹੈ, ਭਾਈ ਨੰਦ ਲਾਲ ਜੀ ਦੀ ਬਾਣੀ ਦਾ ਵੀ ਇਹੀ ਪ੍ਰਯੋਜਨ ਹੈ। ਜਿੰਨੇ ਕਵੀ, ਭਾਈ ਸੰਤੋਖ ਸਿੰਘ ਜੀ ਵਰਗੇ, ਸੁੱਖਾ ਸਿੰਘ ਜੀ ਵਰਗੇ, ਭਾਈ ਰਤਨ ਸਿੰਘ ਜੀ ਵਰਗੇ, ਜਿੰਨੇ ਵੀ ਸਾਡੇ ਮਹਾਂਪੁਰਸ਼ ਵਿਦਵਾਨ ਹੋਏ ਨੇ ਪੁਰਾਣੇ, ਸਾਰਿਆਂ ਦੇ ਗ੍ਰੰਥ ਕਾਹਦੇ ਵਾਸਤੇ ਲਿਖੇ? ਵੀ ਸਾਡਾ ਮਨ ਪਰਮਾਤਮਾ 'ਚ ਜੁੜ ਜਾਵੇ, ਸਾਡਾ ਮਾਈਂਡ ਇੱਧਰ ਉੱਧਰ ਨਾ ਖਿੰਡੇ, ਪਰਮਾਤਮਾ ਵੱਲ ਜਾਵੇ, ਸਾਨੂੰ ਗੁਰੂ ਨਾਲ ਪਿਆਰ ਪੈਦਾ ਹੋਵੇ, ਸ਼ਰਧਾ ਪੈਦਾ ਹੋਵੇ, ਭਗਤੀ ਪੈਦਾ ਹੋਵੇ। ਸਾਨੂੰ ਆਪਣਾ ਇਤਿਹਾਸ ਵੀ ਤਾਂ ਹੀ ਪੜ੍ਹਨਾ ਚਾਹੀਦਾ, ਬਾਣੀ ਵੀ ਤਾਂ ਹੀ ਪੜ੍ਹਨਾ। ਅਤੇ ਜੇ ਸਾਡਾ ਮਨ ਖਿੰਡਿਆ ਰਿਹਾ, ਫਿਰ ਬਾਣੀ ਪੜ੍ਹਨ ਦਾ ਫਾਇਦਾ ਹੀ ਕੋਈ ਨਹੀਂ। ਫਿਰ ਤਾਂ ਬਸ ਫਿਰ ਤਾਂ ਰੌਲਾ ਹੀ ਪਾਉਣਾ, ਜਿਵੇਂ ਅੱਜ ਪਾ ਰਹੇ ਆਪਾਂ। ਬਾਣੀ ਪੜ੍ਹਦੇ ਨਹੀਂ, ਰੌਲਾ ਪਾਉਂਦੇ। ਮਹਾਰਾਜ ਕਹਿੰਦੇ ਰੌਲਾ ਨਾ ਪਾਓ, ਤੁਸੀਂ ਗੁਰਬਾਣੀ ਵੀ ਪੜ੍ਹੋ, ਭਾਈ ਗੁਰਦਾਸ ਜੀ ਦੀ ਬਾਣੀ ਵੀ ਪੜ੍ਹੋ। ਹਾਂਜੀ। ਮਤ ਸਰ ਕਰ ਗੁਰ ਸੋ ਜਿਨ ਕਰੀ। ਜਿਨ੍ਹਾਂ ਨੇ ਗੁਰੂ ਨਾਲ ਈਰਖਾ ਕਰਕੇ, ਗੁਰੂ ਦੀ ਬਰਾਬਰੀ ਕਰਕੇ ਆਪਣੀ ਆਪਣੀ ਬਾਣੀ ਬਣਾ ਲਈ ਹੈ, ਈਰਖਾ ਨਾਲ। ਕਈ ਲੋਕ ਈਰਖਾ ਨਾਲ ਹੀ ਗ੍ਰੰਥ ਬਣਾਈ ਫਿਰਦੇ। ਅੱਜ ਕੱਲ੍ਹ ਬੜੇ ਬੜੇ ਉੱਥੇ ਇੰਡੀਆ ਵਿੱਚ ਇੱਕ ਬੰਦੇ ਨੇ ਗ੍ਰੰਥ ਬਣਾ ਲਿਆ, ਗੁਰੂ ਗ੍ਰੰਥ ਸਾਹਿਬ ਉਹਨੂੰ 3 ਗੁਣਾ ਮੋਟਾ ਭਾਰਾ। ਉਹ ਬੜਾ ਰੌਲਾ ਪਿਆ, ਉਹ ਥਾਣਿਆਂ 'ਚ ਰੁਲਦਾ ਰਿਹਾ। ਉੱਥੇ ਅਸੀਂ ਵੀ ਸਾਨੂੰ ਵੀ ਬੁਲਾਇਆ, ਪੜ੍ਹ ਕੇ ਦੱਸੋ ਇਹ 'ਚ ਕੀ ਲਿਖਿਆ। ਅਤੇ ਲਿਖਣਾ ਕੀ ਸੀ? ਐਵੇਂ ਸਟੋਰੀਆਂ ਬੱਕਰੀਆਂ ਦੀਆਂ, ਭੇਡਾਂ ਦੀਆਂ, ਫਲਾਣੀ ਥਾਂ 'ਤੇ ਬੱਕਰੀ ਮਰ ਗਈ ਮੈਂ ਜਿੰਦੀ ਕਰਤੀ, ਚੂਹਾ ਮਰ ਗਿਆ ਮੈਂ ਜਿੰਦਾ ਕਰਤਾ। ਇਹੋ ਜਿਹੀਆਂ ਕਹਾਣੀਆਂ 'ਚ ਲਿਖੀਆਂ ਹੋਈਆਂ। ਉਹ ਜਿਹੜੀ ਗੁਰੂ ਨਾਲ ਈਰਖਾ ਕਰਕੇ ਵੀ ਗੁਰੂ ਦੇ ਬਰਾਬਰ ਅਸੀਂ ਬਾਣੀ ਬਣਾ ਦਿਆਂਗੇ, ਗੁਰੂ ਤੋਂ ਵੱਡਾ ਗ੍ਰੰਥ ਬਣਾ ਦਿਆਂਗੇ, ਐਡਾ ਭਾਰਾ। ਉਹ 2 ਬੰਦਿਆਂ ਕੋਲੋਂ, ਵਿਚਾਰਿਆਂ ਕੋਲੋਂ, ਪੁਲਿਸ ਵਾਲਿਆਂ ਕੋਲੋਂ ਚੁੱਕਿਆ ਨਾ ਜਾਵੇ। ਲਿਆ ਕੇ ਮੇਰੇ ਸਾਹਮਣੇ ਰੱਖਤਾ, ਕਹਿੰਦੇ ਜੀ ਦੱਸੋ ਇਸ 'ਚ ਕੀ ਲਿਖਿਆ। ਮੈਂ ਚਲੋ 2-4 ਪੁਆਇੰਟ ਦੱਸੇ ਉਹਨਾਂ ਨੂੰ ਵੀ ਆਹ ਗੱਲਾਂ ਨੇ ਜਿਹੜੀਆਂ ਸਾਨੂੰ ਇਤਰਾਜ਼ ਹੈ। ਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਗੀ ਬਾਰੇ ਵੀ ਕਹਿੰਦੇ ਕਲਗੀਆਂ ਤਾਂ ਬੜੀਆਂ ਲੱਗੀਆਂ, ਸਾਡੇ ਬਾਬੇ ਦੀ ਕਲਗੀ, ਕਹਿੰਦਾ ਉਹ ਆਪਣੇ ਬਾਬੇ ਦੀ ਕਲਗੀ ਦੀ ਜ਼ਿਆਦਾ ਵਡਿਆਈ ਕਰੀ ਜਾਵੇ। ਹੋਰ ਕਈ ਗੱਲਾਂ
ਕਿੰਤੂ ਪਰੰਤੂ ਵਾਲੀਆਂ, ਨਿੰਦਾ ਵਾਲੀਆਂ। ਸੋ ਇਹੋ ਜਿਹੇ ਕੋਈ ਬਣਾ ਲਵੇ, ਪੁੱਠਾ ਸਿੱਧਾ ਕੋਈ ਗ੍ਰੰਥ ਬਣਾ ਲਵੇ। ਉਹ ਨਿਰੰਕਾਰੀਆਂ ਨੇ ਬਣਾ ਲਈ ਅਵਤਾਰ ਬਾਣੀ। ਉਹ ਜਿਹੜਾ ਬਾਬਾ ਸੀ ਅਵਤਾਰ ਸਿੰਘ, ਉਹਦੀ ਘਰ ਵਾਲੀ ਸੀਗੀ ਗੁਰਬਚਨ ਸਿੰਘ ਦੀ ਮਾਂ, ਮਾਤਾ ਬੁੱਧਵੰਤੀ ਕਹਿੰਦੇ ਸੀ। ਉਹਦੀ ਬਾਣੀ ਸੁਣ ਲਓ। ਕਹਿੰਦੀ ਡਾਕਟਰ ਦੇ ਨੜ ਲਈਆਂ ਲਾਵਾਂ ਸਾਰੇ ਆਖਣ ਡਾਕਟਰ ਨੀ, ਮਾਸਟਰ ਦੇ ਨੜ ਲਈਆਂ ਲਾਵਾਂ ਸਾਰੇ ਆਖਣ ਮਾਸਟਰ ਨੀ। ਜਗਤ ਗੁਰੂ ਦੇ ਲੜ ਮੈਂ ਲੱਗੀ, ਬਣ ਗਈ ਜਗ ਦੀ ਮਾਤਾ ਮੈਂ। ਵੀ ਜੇ ਉਹਦੀ ਐਗਜ਼ੈਂਪਲ ਦੇ ਰਹੀ ਹੈ ਵੀ ਡਾਕਟਰ ਨਾਲ ਲਾਵਾਂ ਲਈਆਂ ਡਾਕਟਰ ਨਹੀਂ ਕਹਿੰਦੇ ਨੇ, ਤੇ ਮਾਸਟਰ ਨਾਲ ਲਾਵਾਂ ਲਈਆਂ ਮਾਸਟਰ ਨਹੀਂ ਕਹਿੰਦੇ ਨੇ। ਮੈਂ ਜਗਤ ਗੁਰੂ ਦੀ ਘਰ ਵਾਲੀ ਹਾਂ ਤੇ ਮੈਂ ਜਗਤ ਦੀ ਮਾਤਾ ਬਣ ਗਈ। ਦੱਸੋ ਇਹਦੇ 'ਚ ਕੀ ਪਰਮਾਰਥੀ ਗਿਆਨ ਹੈ, ਇਹਦੇ 'ਚ ਕੀ ਰੂਹਾਨੀ ਗਿਆਨ ਹੈ, ਕੀ ਇਹਦੇ 'ਚ ਗੁਰੂ ਕੋਈ ਰੱਬ ਨੂੰ ਮਿਲਣ ਵਾਲੀ ਗੱਲ ਕੋਈ ਹੈ ਇਹਦੇ 'ਚ? ਇਹੋ ਜਿਹੀ ਕੋਈ ਬਣਾ ਲਵੇ ਆਪਣੀ ਕੋਈ ਕੱਚੀ ਪਿੱਲੀ ਬਾਣੀ ਕੋਈ, ਤੇ ਕਵੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰ ਲਾਂਗਾ। ਇੱਦਾਂ ਥੋੜ੍ਹਾ ਹੋ ਜਾਂਦਾ। ਕਰੀ ਜਾਵੇ ਉਹ, ਪਰ ਸਿਆਣਿਆਂ ਦੀ ਨਜ਼ਰ ਵਿੱਚ ਕੁਛ ਵੀ ਨਹੀਂ। ਸਿਆਣੇ ਬੰਦੇ ਚੁੱਕ ਪਰੇ ਲੈ ਇਹ ਕੀ ਲਿਖਿਆ, ਕੁਛ ਵੀ। ਹੁਣ ਅੱਜ ਕੱਲ੍ਹ ਲੋਕ ਪੜ੍ਹੇ ਲਿਖੇ ਆ, ਉਹ 1 ਮਿੰਟ 'ਚ ਪਤਾ ਲਾ ਲੈਂਦੇ ਆ ਵੀ ਇਹ ਸੋਨਾ ਹੈ ਕਿ ਪਿੱਤਲ ਆ। ਤੇ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀ ਬਾਣੀ ਹੈ, ਰੱਬੀ ਬਾਣੀ ਹੈ। ਜੇ ਕੋਈ ਇਹਦੀ ਬਰਾਬਰੀ ਕਰਕੇ ਆਪਣੀ ਬਾਣੀ ਬਣਾਈ ਫਿਰਦਾ, ਗੁਰੂ ਕੇ ਸਿੱਖ ਨਹੀਂ ਮੰਨਦੇ। ਜਾਓ ਪਰੇ ਲਈ ਫਿਰੋ, ਆਪਣੇ ਘਰ ਪੜ੍ਹੀ ਜਾਓ। ਸਾਨੂੰ ਨਹੀਂ, ਸਾਨੂੰ ਗੁਰੂ ਸਾਹਿਬ ਨੇ ਇੰਨਾ ਖਜ਼ਾਨਾ ਦਿੱਤਾ, ਅਸੀਂ ਕਿਉਂ ਛੱਡੀ? ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਕੋਈ ਗੁਰੂ ਦੀ ਬਰਾਬਰੀ ਕਰਕੇ, ਈਰਖਾ ਕਰਕੇ ਆਪਣੀ ਬਾਣੀ ਬਣਾਈ ਫਿਰਦਾ, ਉਹ ਨਹੀਂ ਪੜ੍ਹਦੇ ਸਿੱਖ। ਪਰ ਜਿਹੜੀ ਭਾਈ ਗੁਰਦਾਸ ਦੀ ਬਾਣੀ ਹੈ, ਉਹ ਪ੍ਰੇਮ, ਭਾਵਨਾ, ਸ਼ਰਧਾ, ਭਗਤੀ, ਗੁਰੂ ਪਿਆਰ ਵਿੱਚ ਰਚੀ ਗਈ ਹੈ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਦੇ ਭਤੀਜੇ ਸਨ, ਸੱਕੇ ਭਤੀਜੇ ਸਨ। ਬੀਬੀ ਭਾਨੀ ਦੇ ਭਰਾ ਸਨ ਗੁਰੂ ਰਾਮਦਾਸ ਜੀ ਦੇ, ਇਸ ਕਰਕੇ ਸਾਲਾ ਸਾਹਿਬ ਲੱਗਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਤੇ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ, 4 ਗੁਰੂ ਸਾਹਿਬਾਂ ਦੀ ਸੇਵਾ ਉਹਨਾਂ ਨੇ ਕੀਤੀ। ਸਾਰਾ ਜੀਵਨ ਹੀ ਭਲੇ ਦੀ ਪੰਥ ਦੀ ਸੇਵਾ 'ਚ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਵੀ ਉਹ ਹਨ। ਉਹਨਾਂ ਦੇ ਹੱਥੋਂ ਹੀ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਹੈ। ਇਸ ਕਰਕੇ ਉਹਨਾਂ ਦੀ ਬਾਣੀ ਦਾ ਸਤਿਕਾਰ ਬਰਾਬਰ ਰੱਖਣਾ, ਜੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਉਹਨਾਂ ਦੀ ਬਾਣੀ ਉੱਤੇ। ਹਾਂਜੀ। ਕੈ ਵਿਸ਼ਯਨ ਕੈ ਨਰਕਥ ਧਰੀ, ਜਾਂ ਕੋਈ ਇਹੋ ਜਿਹੀ ਬਾਣੀ ਬਣਾ ਦੇਵੇ ਜਿਹਦੇ 'ਚ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਹੋਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵਧਾਉਣ ਵਾਸਤੇ। ਜਿਵੇਂ ਆ ਗੰਦੇ ਨਾਵਲ, ਗੰਦੀਆਂ ਕਹਾਣੀਆਂ, ਗੰਦੀਆਂ ਕਵਿਤਾਵਾਂ ਛਪਦੀਆਂ ਨੇ, ਇਹੋ ਜਿਹੀ ਕਵਿਤਾ ਨਹੀਂ ਪੜ੍ਹਨੀ। ਜਿਹੜੇ ਅੱਜ ਕੱਲ੍ਹ ਲੱਚਰ ਗਾਣੇ ਗਾਉਂਦੇ ਆ, ਇਹ ਨਹੀਂ ਸੁਣਨੇ। ਉਦੋਂ ਵੀ ਸੀਗੇ, ਪੁਰਾਣੇ ਜ਼ਮਾਨੇ 'ਚ ਵੀ, ਤੇ ਉਹ ਮਹਾਰਾਜ ਕਹਿੰਦੇ ਉਹ ਨਹੀਂ ਸੁਣਨੇ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਹੜੇ ਪਰਮਾਤਮਾ ਤੋਂ ਦੂਰ ਕਰਦੇ ਹੋਣ, ਉੱਦਾਂ ਦੇ ਗਾਣੇ ਨਹੀਂ ਸੁਣਨੇ। ਹਾਂਜੀ। ਤਿੰਨ ਕਾ ਪੜਨ ਬਾਦ ਹੈ ਐਸੇ, ਉਹਨਾਂ ਨੂੰ ਪੜ੍ਹਨਾ ਬੇਅਰਥ ਹੈ। ਉਹਨਾਂ ਗਾਣਿਆਂ ਨੂੰ ਗਾਣਾ ਸੁਣਨਾ ਬੇਅਰਥ, ਇਸ ਤਰ੍ਹਾਂ ਬੇਅਰਥ ਹੈ। ਬਿਨ ਬਰਖਾ ਘਨ ਗਰਜਤ ਜੈਸੇ, ਜਿਵੇਂ ਬਿਨਾਂ ਮੀਂਹ ਪਿਆਂ ਦੇ ਬੱਦਲ ਗੱਜਦਾ ਹੋਵੇ। ਬੱਦਲ ਗੱਜ ਰਿਹਾ ਪਰ ਕਣੀ ਕੋਈ ਬੂੰਦ ਕੋਈ ਪੈਂਦੀ ਨਹੀਂ, ਕਣੀਆਂ ਪੈਂਦੀਆਂ ਕੋਈ ਨਹੀਂ, ਗੱਜੀ ਜਾਂਦਾ, ਕੋਈ ਫਾਇਦਾ ਨਹੀਂ ਉਹਦਾ। ਧਰਤੀ ਨੂੰ ਕੀ ਫਾਇਦਾ? ਧਰਤੀ ਤਾਂ ਹੀ ਫਾਇਦਾ ਹੋਵੇ ਪਾਣੀ ਥੱਲੇ ਆਵੇਗਾ। ਤੇ ਉਹ ਜੇ ਗਰਜੀ ਜਾਂਦੇ ਬੱਦਲ ਪਰ ਵਸਦੇ ਕੋਈ ਨਹੀਂ, ਕੋਈ ਫਾਇਦਾ ਨਹੀਂ। ਉਹਨਾਂ ਕਵੀਆਂ ਦੀ ਬਾਣੀ ਜਿਹੜੀ ਪ੍ਰਮਾਤਮਾ ਤੋਂ ਦੂਰ ਕਰਦੀ ਹੈ, ਉਹਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ। ਉਹਨੇ ਤੁਹਾਡੀ ਆਤਮਾ ਨੂੰ ਠੰਡ ਨਹੀਂ ਪਾਣੀ, ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਦੇਣੀ, ਤੁਹਾਡੇ ਅੰਦਰ ਸ਼ੰਕੇ ਪੈਦਾ ਕਰ ਦੇਣਗੇ, ਤੁਹਾਡੇ ਮਨ ਵਿੱਚ ਕਾਮ, ਕ੍ਰੋਧ ਪੈਦਾ ਕਰ ਦੇਣਗੇ, ਈਰਖਾ ਪੈਦਾ ਕਰ ਦੇਣਗੇ। ਹਾਂਜੀ। ਜਿਸ ਮੈਂ ਗੁਰ ਅਰ ਹਰ ਤਰਕੰਤੇ, ਜਿਹਦੇ 'ਚ ਗੁਰੂ ਉੱਤੇ, ਹਰੀ ਉੱਤੇ, ਪ੍ਰਭੂ ਉੱਤੇ ਤਰਕਾਂ ਕੀਤੀਆਂ ਗਈਆਂ ਹਨ। ਹਾਂਜੀ। ਨਰਕ ਪਰਹੇ ਜੇ ਪੜ੍ਹੇ ਸੁਣਨਤੇ, ਹਾਂ, ਜਿਹੜੇ ਉਸ ਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਨਰਕਾਂ 'ਚ ਪੈਂਦੇ ਨੇ। ਹਾਂਜੀ। ਅਰ ਕੀਨਸ ਗੁਰਦਾਸ ਜੋ ਬਾਣੀ, ਜੋ ਭਾਈ ਗੁਰਦਾਸ ਜੀ ਨੇ ਬਾਣੀ ਰਚੀ ਹੈ, ਗੁਰਬਾਣੀ ਕੇ ਆਸ਼ਾ ਸਾਨੀ। ਪੰਜਵੇਂ ਪਾਤਸ਼ਾਹ ਕਹਿੰਦੇ ਉਹ ਸਾਡੀ ਬਾਣੀ ਦੇ ਮੁਤਾਬਕ ਹੀ ਹੈ, ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਹੈ। ਉਹਨਾਂ ਨੇ ਆਪਣੇ ਕੋਈ ਖਿਆਲ ਵੱਖਰੇ ਨਹੀਂ ਪ੍ਰਗਟ ਕੀਤੇ।
ਜੋ ਗੁਰੂ ਨਾਨਕ ਸਾਹਿਬ ਦੀ ਮੱਤ ਹੈ ਉਹੀ ਉਹਨਾਂ ਦੀ ਬਾਣੀ ਵਿੱਚ ਦੱਸੀ ਗੱਲ। ਹਾਂਜੀ, ਐਸੀ ਪਠਬੇ ਗੁਰਮਤਿ ਪਾਵੈ। ਭਾਈ ਗੁਰਦਾਸ ਦੀ ਬਾਣੀ ਪੜ੍ਹਨਾ ਗੁਰਮਤਿ ਦੀ ਪ੍ਰਾਪਤੀ ਹੁੰਦੀ, ਗੁਰਸਿੱਖੀ ਦਾ ਪਤਾ ਲੱਗਦਾ। ਹਾਂਜੀ, ਸਤਿਗੁਰ ਸਰਦਾ ਹਿਰਦੈ ਵਧਾਵੈ। ਗੁਰੂ ਦੇ ਪਿਆਰ ਵਿੱਚ ਭਾਈ ਸਾਹਿਬ ਨੇ ਬਾਣੀ ਰਚੀ ਹੈ, ਗੁਰੂ ਪ੍ਰਤੀ ਸ਼ਰਧਾ ਭਗਤੀ ਪੈਦਾ ਹੁੰਦੀ ਹੈ। ਹਾਂਜੀ, ਸਿੱਖੀ ਕੋ ਪ੍ਰਾਪਤ ਨਰ ਹੋਏ। ਉਸ ਬੰਦੇ ਨੂੰ ਸਿੱਖੀ ਪ੍ਰਾਪਤ ਹੁੰਦੀ ਹੈ ਜਿਹੜਾ ਭਾਈ ਗੁਰਦਾਸ ਦੀਆਂ ਬਾਣੀ 12 ਪੜ੍ਹਦਾ। ਸਾਧ ਸੰਗਤ ਜੀ, ਭਾਈ ਗੁਰਦਾਸ ਦੀ ਬਾਣੀ ਸਿੱਖੀ ਦਾ ਸਭ ਤੋਂ ਵੱਡਾ ਰਹਿਤਨਾਮਾ ਵੀ ਹੈ। ਅਸਲ ਸਿੱਖੀ ਕੀ ਹੈ ਉਹ ਭਾਈ ਗੁਰਦਾਸ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ। ਹਾਂਜੀ, ਹਰ ਗੁਰ ਜਸ ਤਰਕੋ ਨਹਿ ਕੋਏ। ਔਰ ਇਹਦੇ 'ਚ ਗੁਰੂ ਦਾ ਜਸ ਹੈ, ਪਰਮੇਸ਼ਰ ਦਾ ਜਸ ਹੈ। ਇਸ ਕਰਕੇ ਭਾਈ ਸਿੱਖੋ, ਇਹ ਤਰਕ ਨਹੀਂ ਕਰਨੀ ਕਿ ਬਾਣੀ ਭਾਈ ਗੁਰਦਾਸ ਦੀ ਕੱਚੀ ਹੈ, ਨਹੀਂ, ਉਹਦੀ ਬਾਣੀ ਵੀ ਸੱਚੀ ਬਾਣੀ ਹੈ। ਹਾਂਜੀ, ਰੁਚ ਸੋ ਪੜ੍ਹੋ ਸੁਨਹੁ ਸੁਖ ਪਵਹੁ। ਹਾਂ, ਪ੍ਰੇਮ ਨਾਲ ਪੜ੍ਹੋ ਭਾਈ ਗੁਰਦਾਸ ਦੀ ਬਾਣੀ, ਤੁਹਾਨੂੰ ਬੜਾ ਸੁੱਖ ਮਿਲੇਗਾ, ਬੜੀ ਸ਼ਾਂਤੀ ਮਿਲੇਗੀ। ਗੁਰ ਕੀ ਪ੍ਰਭ ਕੀ ਕਥਾ ਸੁਨਾਵਹੁ। ਇਹਦੇ 'ਚ ਗੁਰੂ ਦੀ ਪਰਮੇਸ਼ਰ ਦੀ ਕਥਾ ਪੜ੍ਹੋ, ਸੁਣੋ। ਸ੍ਰੀ ਅਰਜਨ ਤੇ ਸੁਨ ਸਭ ਬਾਨੀ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ। ਗੁਰੂ ਅਰਜਨ ਦੇਵ ਜੀ ਤੋਂ ਇਹ ਬਚਨ ਸੁਣ ਕੇ ਪਠਨ ਲਗੇ ਗੁਰ ਕ੍ਰਿਤ ਮਹਾਨੀ। ਗੁਰੂ ਕੀ ਬਾਣੀ ਤੇ ਭਾਈ ਗੁਰਦਾਸ ਦੀ ਬਾਣੀ ਨੂੰ ਸਿੱਖ ਬਰਾਬਰ ਸਤਿਕਾਰ ਨਾਲ ਪੜ੍ਹਨ ਲੱਗੇ। ਹੁਣ ਵੀ ਹਰਿਮੰਦਰ ਸਾਹਿਬ ਵਿੱਚ ਤੁਸੀਂ 4 ਬਾਣੀਆਂ ਦਾ ਕੀਰਤਨ ਸੁਣ ਸਕਦੇ ਹੋ। ਉੱਥੇ ਜੋ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਹੈ, ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਧੁਰ ਕੀ ਬਾਣੀ ਹੈ ਉਹਦਾ ਕੀਰਤਨ ਹੁੰਦਾ, ਇੱਕ ਦਸਮ ਗ੍ਰੰਥ ਸਾਹਿਬ ਜੀ ਦੀ ਜੋ ਦਸਮ ਪਾਤਸ਼ਾਹ ਦੀ ਬਾਣੀ ਆ ਉਹਦਾ ਕੀਰਤਨ ਹੁੰਦਾ, ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦਾ ਕੀਰਤਨ ਹੁੰਦਾ, ਇੱਕ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੀ ਬਾਣੀ ਦਾ ਕੀਰਤਨ। ਬਾਕੀ ਉੱਥੇ ਹੋਰ ਕਵੀਆਂ ਦੀ ਬਾਣੀ ਗਾਈ ਨਹੀਂ ਜਾਂਦੀ। ਹਾਂ, ਬਾਹਰ ਗੁਰਦੁਆਰਿਆਂ ਵਿੱਚ ਕਥਾ ਗੁਰਪ੍ਰਤਾਪ ਸੂਰਜ ਦੀ, ਹੋਰ ਗ੍ਰੰਥਾਂ ਦੀ ਵੀ ਹੁੰਦੀ ਹੈ। ਇਹ ਵੀ ਮਰਜ਼ਾਦਾ ਰਹਿਤਨਾਮੇ 'ਚ ਲਿਖਿਆ ਹੋਇਆ ਹੈ ਵੀ ਗੁਰਮਤਿ ਆਸ਼ੇ ਅਨੁਸਾਰ ਜਿਹੜੇ ਗ੍ਰੰਥ ਹਨ ਉਹਨਾਂ ਦੀ ਕਥਾ ਪਾਠ ਵਿਦਵਾਨ ਸਿੱਖ ਪੜ੍ਹਦੇ ਸੁਣਦੇ, ਰਾਗੀ ਢਾਡੀ ਆਪਣੇ ਆਪਣੇ ਢੰਗ ਨਾਲ ਪ੍ਰਚਾਰ ਕਰਦੇ। ਪਰ ਹਰਿਮੰਦਰ ਸਾਹਿਬ 'ਚ ਕੀਰਤਨ ਹੁੰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਤੇ ਭਾਈ ਆਨੰਦ ਲਾਲ ਜੀ ਦੀ ਬਾਣੀ ਦਾ ਹੁੰਦਾ। ਇਹ ਮਹਾਨ ਸਾਡੀਆਂ ਵੱਡੀਆਂ ਗੁਰੂ ਰਚਨਾਵਾਂ ਸੱਚੇ ਪਾਤਸ਼ਾਹ ਨੂੰ ਪ੍ਰਵਾਨ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਤਾਂ ਬਹੁਤ ਹੀ ਕਮਾਲ ਦੀ ਹੈ, ਕਦੀ ਪੜ੍ਹਿਆ ਕਰੋ। 40 ਵਾਰਾਂ ਨੇ, 675 ਕਵਿਤ ਸਵਈਏ ਨੇ ਔਰ 6 ਉਹਨਾਂ ਦੇ ਸੰਸਕ੍ਰਿਤ ਦੇ ਸ਼ਲੋਕ ਨੇ। ਪੰਡਤਾਂ ਨੇ ਕਾਂਸ਼ੀ ਦੇ ਵਿੱਚ ਭਾਈ ਗੁਰਦਾਸ ਨੂੰ ਸ਼ੰਕਾ ਕੀਤਾ ਸੀ, ਸਵਾਲ ਕੀਤਾ ਸੀ ਕਿ ਜੋ ਵਾਹਿਗੁਰੂ ਮੰਤਰ ਇਹਦਾ ਕਿਆ ਅਰਥ, ਵਾਹ ਵਾਹ ਹਾ ਹਾ ਕੱਗਾ ਰਾਰਾ ਜਿਹੜੇ 4 ਅੱਖਰ ਨੇ ਇਹਦੇ ਕੀ ਮਾਨਤਾ ਹੈ। ਭਾਈ ਸਾਹਿਬ ਨੇ ਸੰਸਕ੍ਰਿਤ ਭਾਸ਼ਾ ਵਿੱਚ ਹੀ ਉਹਨਾਂ ਨੂੰ ਜਵਾਬ ਦਿੱਤਾ ਸੀ, ਸ਼ਲੋਕ ਰਚੇ ਸੀ। ਉਹ ਸ਼ਲੋਕ ਵੀ ਸਾਧ ਸੰਗਤ ਜੀ ਭਾਈ ਸਾਹਿਬ ਦੇ ਪੜ੍ਹਨ ਵਾਲੇ। ਇਤਨੇ ਕਹਿੰਦੇ ਦਾਸ ਖੇਮਾ ਦਾ ਜਾਚਕ। ਸੋ ਸਮਾਪਤੀ ਹੈ ਸਮੇਂ ਦੇ ਲਿਹਾਜ਼ ਨਾਲ। ਕੱਲ੍ਹ ਦੇ ਦੀਵਾਨਾਂ ਵਿੱਚ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਇਸ ਪ੍ਰਕਰਣ ਵਿੱਚ ਆਪਾਂ ਸੰਗਤਾਂ ਨਾਲ ਖੁੱਲ੍ਹੇ ਵਿਚਾਰ ਕਰਾਂਗੇ। ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ, ਜੀਵਨ ਸਫਲਾ ਬਣਾਉਣਾ ਹੈ। ਹੇ ਗੋਬਿੰਦ, ਹੇ ਗੋਪਾਲ।